ਰਾਮਦਾਸ ਅਰਜਨ ਗੁਰੂ ਬਰ ਸ੍ਰੀ ਹਰਗੋਬਿੰਦ। ਹਰੀ ਰਾਏ ਹਰਿ ਕ੍ਰਿਸ਼ਨ ਗੁਰੂ ਤੇਗ ਬਹਾਦਰ ਚੰਦ। ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਵਿਕਾਰ। ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਤਾਰ। ਏਕ ਓੰਕਾਰ ਸਤਿਗੁਰੂ ਤੇ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਵਾਹਿਗੁਰੂ ਜੀ ਕੀ ਫਤਿਹ। ਵਿਘਨ ਵਿਨਾਸ਼ਨ ਸੋਏ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁ ਮੋਲੇ ਤਨ ਚੀਰ ਹੰਡਾਈ। ਪਰ ਟਿਕ ਬੈਠ ਗਏ ਜਗ ਸਾਈ। ਸਹਜਾਦਾ ਲੈ ਆਇ ਸਪੁਰ ਮੈਂ। ਗਮਨਿਆ ਲਾਗੀ ਸਦਾ ਉਦਰ ਮੈਂ। ਬਹੁ ਮੋਲੇ ਤਨ ਚੀਰ ਹੰਡਾਈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀਨ ਦਿਆਲ ਭਗਤ ਵਛਲ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਸਾਹਿਬ ਜੀ ਮਹਾਰਾਜ। ਪੰਥ ਦੇ ਵਾਲੀ ਸਾਹਿਬੇ ਕਮਾਲ ਅੰਮ੍ਰਿਤ ਕੇ ਦਾਤੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ। ਦਸੇ ਗੁਰੂ ਸਾਹਿਬਾਨਾਂ ਦੀ ਆਤਮਕ ਜੋਤ ਜਾਗਦੀ ਜੋਤ। ਚਵਰ ਛਤਰ ਸਿੰਘਾਸਣ ਤਖਤ ਦੇ ਮਾਲਕ। ਜੁਗੋ ਜੁਗ ਅਟਲ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਸਤਿਗੁਰੂ ਜੀ ਦੀ ਸਾਜੀ ਰਿਵਾਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀਓ। ਆਪ ਜੀ ਬਹੁਤ ਹੀ ਵੱਡਿਆਂ ਭਾਗਾਂ ਵਾਲੇ ਕਰਮਾਂ ਵਾਲੇ ਹੋ ਜੋ ਸ੍ਰੀ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਸਥਾਨ ਵਿਖੇ ਸੰਧਿਆ ਦੇ ਸਮੇਂ ਤੋਂ ਹਾਜ਼ਰੀਆਂ ਭਰ ਕੇ ਬਾਣੀ ਪੜ੍ਹ ਸੁਣ ਕੇ ਲਾਹੇ ਲੈ ਰਹੇ ਹੋ। ਗੁਰੂ ਚਰਨਾਂ ਵਿੱਚ ਤਿਲ ਫੁੱਲ ਭੇਟਾ ਅਰਪਣ ਕਰਕੇ ਆਪਣੇ ਮਨ ਦੀਆਂ ਮਨੋਕਾਮਨਾਵਾਂ ਭਾਵਨਾਵਾਂ ਗੁਰਮਤਿ ਅਨੁਸਾਰ ਪੂਰਨ ਕਰ ਰਹੇ ਹੋ। ਗੁਰੂ ਸਾਹਿਬ ਜੀ ਦੀ ਕਿਰਪਾ ਨਾਲ ਸਾਧ ਸੰਗਤ ਜੀ ਜੋ ਆਪਾਂ ਸੰਧਿਆ ਦੇ ਸਮੇਂ ਤੋਂ ਬਾਅਦ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੀ ਕਥਾ ਸਰਵਣ ਕਰ ਰਹੇ ਹਾਂ। ਹੁਣ ਉਸ ਕਥਾ ਦਾ ਸਮਾਂ ਹੋਇਆ ਹੈ। ਜਿਵੇਂ ਕਿ ਗੁਰੂ ਸਾਹਿਬ ਜੀ ਦੇ ਨਾਲ ਸਿੱਧਾਂ ਦਾ ਮੇਲ ਮਿਲਾਪ ਗੋਰਖਨਾਥ ਹੋਣਾ ਦਾ ਫਿਰ ਇੱਕ ਵਾਰੀ ਹੋਇਆ। ਅਤੇ ਜੋ ਗੁਰੂ ਸਾਹਿਬ ਜੀ ਨੂੰ ਐਵੇਂ ਕੁਝ ਸਵਾਲ ਕੀਤੇ ਉਹਨਾਂ ਸਵਾਲਾਂ ਦੇ ਉੱਤਰ ਲੈ ਕੇ ਫਿਰ ਗੋਰਖਨਾਥ ਨੇ ਕਿਹਾ ਮਹਾਰਾਜ ਜਿਹੜਾ ਹੈ ਅਚਲ ਬਟਾਲੇ ਸ਼ਿਵਰਾਤਰੀ ਦਾ ਮੇਲਾ ਆਇਆ ਹੈ, ਚਲੋ ਸਾਡੇ ਨਾਲ। ਮੇਲਾ ਸੋਂ ਸ਼ਿਵਰਾਤ ਦਾ ਬਾਬਾ ਅਚਲ ਬਟਾਲੇ ਆਈ। ਦਰਸ਼ਨ ਵੇਖਣ ਕਾਰਨੇ ਸਗਲੇ ਉਲਟ ਪਈ ਲੋਕਾਈ। ਚਲੋ ਸਾਡੇ ਨਾਲ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ
ਗੋਰਖਨਾਥ ਜੀ ਤੁਸੀਂ ਤੇ ਸ਼ਕਤੀਆਂ ਵਾਲੇ ਹੋ ਤੇ ਸਾਡੇ 'ਚ ਕੋਈ ਸ਼ਕਤੀ ਨਹੀਂ ਹੈ, ਇੱਥੋਂ ਕਿੰਨਾ ਦੂਰ ਹੈ? ਕਹਿੰਦੇ ਜੀ 600 ਮੀਲ ਹੈ। ਤੇ ਮਹਾਰਾਜ ਕਹਿੰਦੇ ਫਿਰ ਤੇ ਸਾਡਾ ਤੁਹਾਡਾ ਕੋਈ ਮੇਲ ਨਹੀਂ ਹੈ, ਤੁਸੀਂ ਪੰਛੀਆਂ ਵਾਂਗ ਉਡਾਰੀਆਂ ਮਾਰ ਕੇ ਚਲੇ ਜਾਓਗੇ ਤੇ ਅਸੀਂ ਤੇ ਨਹੀਂ ਜਾ ਸਕਦੇ ਹਾਂ। ਕਹਿਣ ਲੱਗੇ ਵੀ ਗੁਰੂ ਸਾਹਿਬ ਐਵੇਂ ਕਿਵੇਂ? ਆ ਤੁਸਾਂ ਨੇ ਸਮੇਰ ਪਰਬਤ ਉੱਪਰ ਜਦੋਂ ਮਿਲੇ ਸੀ ਤੇ ਆਪਣੀ ਖੜਾਂ ਉਡਾਈ ਸੀ, ਉਦੋਂ ਸਭ ਨੂੰ ਜਿਹੜਾ ਹੋਸ਼ ਭੁਲਾ ਦਿੱਤੇ, ਉਹ ਸ਼ਕਤੀ ਤੁਹਾਡੀ ਕਿੱਥੇ ਚਲੀ ਗਈ ਹੈ? ਜਾਂ ਤੁਸੀਂ ਉਹ ਸ਼ਕਤੀ ਆਪਣੀ ਹਾਰ ਗਏ ਹੋ ਕਿਸੇ ਨਾਲ ਚਰਚਾ ਕਰਕੇ? ਮਹਾਰਾਜ ਕਹਿੰਦੇ ਵੀ ਉਹ ਅਸੀਂ ਕੁਝ ਨਹੀਂ ਕੀਤਾ, ਉਹਦੇ ਪਰਮੇਸ਼ਰ ਨੇ ਉਹ ਖੜਾਂ ਚਲਾਈ ਸੀ ਤੁਹਾਨੂੰ ਸਬਕ ਦੇਣ ਵਾਸਤੇ। ਸਾਡੇ 'ਚ ਵੀ ਕੋਈ ਸ਼ਕਤੀ ਨਹੀਂ ਹੈ ਗੋਰਖਨਾਥਾ, ਤੁਸੀਂ ਚਲੇ ਜਾਓ। ਫਿਰ ਇਹ ਅਚਲ ਬਟਾਲੇ ਆ ਗਏ। ਗੁਰੂ ਸਾਹਿਬ ਜੀ ਪਿੱਛੋਂ ਸਭ ਤੋਂ ਇਹਨਾਂ ਤੋਂ ਚੱਲੇ, ਪਹਿਲਾਂ ਹੀ ਆ ਕੇ ਮਹਾਰਾਜ ਉੱਥੇ ਬੈਠ ਗਏ। ਇਹ ਅਚਲ ਬਟਾਲੇ ਤੋਂ ਥੋੜ੍ਹੀ ਵਿੱਥ 'ਤੇ ਮੰਦਰ ਬਣਿਆ ਹੋਇਆ ਬਟਾਲੇ ਦੇ ਬਾਹਰ ਜਿਹਦੇ ਤਲਾਅ ਵੀ ਹੈ ਉੱਥੇ ਇੱਕ। ਇਹ ਰਾਮ ਦਿਆਲ ਭੰਡਾਰੀ ਨੇ ਕਹਿੰਦੇ ਬਣਾਇਆ ਹੈ। ਅਤੇ ਉਸ ਅਚਲ ਬਟਾਲੇ ਮੰਦਰ ਤੋਂ ਥੋੜ੍ਹੀ ਵਿੱਥ 'ਤੇ ਹਟ ਕੇ ਗੁਰੂ ਸਾਹਿਬ ਜੀ ਦਾ ਸੋਹਣਾ ਗੁਰਦੁਆਰਾ ਸਾਹਿਬ ਬਣਿਆ। ਥੜਾ ਸਾਹਿਬ ਵੀ ਸੁਭਾਏਮਾਨ ਹੈ, ਜਿਸ ਉੱਪਰ ਗੁਰੂ ਸਾਹਿਬ ਜੀ ਨੇ ਬੈਠ ਕੇ ਸਿੱਧਾ ਨਾਲ ਚਰਚਾ ਕੀਤੀ ਸੀ। ਇੱਥੇ ਉਹ ਸੁਣਿਆ ਜਾਂਦਾ ਵੀ ਕਰੋੜਾਂ ਰੁਪਈਆ ਮੰਦਰ 'ਤੇ ਉਹ ਲਾਇਆ ਕਿਸੇ ਸ਼ਰਧਾਲੂ ਨੇ। ਸੋ ਰੋ ਵਿਚਾਰ ਗੁਰੂ ਘਰ ਵੀ ਕਈ ਸਥਾਨ, ਭਾਵ ਸਾਰੇ ਸਥਾਨ ਤਕਰੀਬਨ ਕਰੋੜਾਂ ਰੁਪਏ ਹੀ ਲੱਗੇ। ਇਵੇਂ ਸਾਧ ਸੰਗਤ ਜੀ ਉੱਥੇ ਜਦੋਂ ਸਿੱਧ ਬੈਠ ਕੇ ਆਪੋ ਆਪਣੇ ਆਸਣ ਲਾ ਕੇ ਲੋਕ ਬੜੀ ਪੂਜਾ ਕਰਨ ਲੱਗੇ। ਇੱਧਰੋਂ ਭਗਤੀਏ ਆ ਗਏ ਰਾਸ ਪਾਉਣ ਵਾਲੇ। ਉਹ ਇੱਕ ਕ੍ਰਿਸ਼ਨ ਬਣਿਆ, ਕੋਈ ਰਾਧਾ ਬਣਿਆ, ਅਤੇ ਉਹ ਰਾਸ ਪਾਉਣੀ ਸ਼ੁਰੂ ਕਰ ਦਿੱਤੀ। ਲੋਕ ਬੜੇ ਇਕੱਠੇ ਹੋ ਕੇ ਇੱਧਰ ਆਉਣੇ ਸ਼ੁਰੂ ਹੋ ਗਏ। ਸਿੱਧਾਂ ਵੱਲ ਕੋਈ ਜਾਵੇ ਨਾ, ਅਤੇ ਉਹ ਆਣ ਕੇ ਇੱਥੇ ਲక్ష్ਮੀ ਜਿਹੜੀ ਵਰਸਣ ਲੱਗੀ। ਉਹਨਾਂ ਦੇ ਲੋਟੇ ਗੋਲਕ ਵਿੱਚ ਲੋਕ ਪੈਸੇ ਪਾਉਣ ਲੱਗੇ। ਇਹਨਾਂ ਨੂੰ ਇਹ ਕੁਝ ਵੇਖ ਕੇ ਬੜੀ ਈਰਖਾ ਆਈ ਵੀ ਸਾਡੇ ਵੱਲ ਕੋਈ ਨਹੀਂ ਆ ਰਿਹਾ, ਸਾਰੇ ਉਹ ਰਾਸ ਵੇਖਣ ਹੀ ਦੇਖੀ ਜਾ ਰਹੇ ਹੈ, ਦੇਖਣ ਲਈ ਤੁਰੇ ਜਾ ਰਹੇ ਆ ਵੀ ਇਹ ਕੁਝ ਕਰਨਾ ਚਾਹੀਦਾ। ਉਸ ਵੇਲੇ ਭੰਗਰਨਾਥ ਨੇ ਸ਼ੈਤਾਨੀ ਨਾਲ ਉਹ ਜਿਹੜਾ ਪੈਸਿਆਂ ਵਾਲਾ ਲੋਟਾ ਸੀ ਚੁੱਕ ਕੇ ਅਤੇ ਸ਼ਕਤੀ ਸਿੱਧੀ ਨਾਲ 7ਵੇਂ ਆਕਾਸ਼ 'ਚ ਪਹੁੰਚਾ ਦਿੱਤਾ। 700 ਕੋਹ ਵੀ ਕਹਿੰਦੇ ਆ। ਉਂਝ ਭਾਈ ਮਣੀ ਸਿੰਘ ਜੀ ਨੇ ਜਿਹੜੀ ਇਹ ਸਾਖੀ ਲਿਖੀ ਹੈ ਭਾਈ ਗੁਰਦਾਸ ਜੀ ਦੀ ਵਾਰ 'ਤੇ, ਜਿਹੜਾ ਇਹ ਜਦੋਂ ਇਹ ਪ੍ਰਸੰਗ ਆਉਂਦਾ ਵੀ ਭਗਤੀਆਂ ਪਾਈ ਭਗਤਾਂ ਲੋਟਾ ਜੋਗੀ ਲਿਆ ਛਪਾਈ, ਅਤੇ ਉਹਨਾਂ ਉੱਥੇ ਅਰਥ ਵਿੱਚ 7ਵੇਂ ਆਕਾਸ਼ ਵਿੱਚ ਲਿਖਿਆ ਹੋਇਆ। 7ਵੇਂ ਆਕਾਸ਼ ਵਿੱਚ ਉਹਨਾਂ ਲੋਟਾ ਲੁਕਾ ਦਿੱਤਾ, ਛਪਾ ਦਿੱਤਾ ਭੰਗਰਨਾਥ ਨੇ। ਫਿਰ ਜਿਹੜਾ ਇਹ ਭਗਤੀਆਂ ਨੂੰ ਰਾਸ ਭੁੱਲ ਗਈ, ਵਿਚਾਰਿਆਂ ਨੂੰ ਭਗਤੀ ਭੁੱਲ ਗਈ, ਬੜੇ ਪਰੇਸ਼ਾਨ ਇੱਧਰ ਉੱਧਰ ਵੇਖਣ। ਗੁਰੂ ਸਾਹਿਬ ਜਾਨੀ ਜਾਣ ਸਨ, ਮਹਾਰਾਜ ਬਾਬਾ ਜਾਣੀ ਜਾਣ ਪੁਰਖ। ਪਤਾ ਲੱਗ ਗਿਆ ਵੀ ਇਹ ਜਿਹੜੀ ਸ਼ੈਤਾਨੀ ਹੈ ਭੰਗਰਨਾਥ ਦੀ ਹੈ, ਉਹਨੇ ਕੁਝ ਕੀਤਾ ਹੈ। ਕੱਢਿਆ ਲੋਟਾ ਜਹਾਨ ਲੁਕਾਈ। ਮਹਾਰਾਜ ਨੇ 7ਵੇਂ ਆਕਾਸ਼ 'ਚੋਂ ਕਹਿੰਦੇ ਲੋਟਾ ਕੱਢ ਲਿਆਂਦਾ। ਵੇਖ ਚਲਿੱਤਰ ਜੋਗੀ ਖੁਣਸਾਈ। ਜੋਗੀਆਂ ਨੂੰ ਬੜੀ ਈਰਖਾ ਆਈ, ਸਿੱਧਾਂ ਨਾਥਾਂ ਗੋਰਖਨਾਥ ਦੇ ਚੇਲਿਆਂ ਸ਼ੰਭੂਨਾਥ ਭੰਗਰਨਾਥ ਹੋਣਾ ਨੂੰ। ਫਿਰ ਇਹ ਔਖੇ ਜਿਹੇ ਹੋਣ ਕੇ ਕਹਿਣ ਲੱਗੇ ਖਾਧੀ ਖੁਣਸੋ ਜੋਗੀਸਰਾਂ ਗੋਸ਼ਟ ਕਰਨ ਸਭੇ ਉਠਿਆਈ। ਪੁੱਛੇ ਜੋਗੀ ਭੰਗਰਨਾਥ ਤੋਹੇ ਦੁੱਧ ਵਿੱਚ ਕਿਉਂ ਕਾਂਜੀ ਪਾਈ। ਫਿੱਟਿਆ ਚਾਟਾ ਦੁੱਧ ਦਾ ਰਿੜਕਿਆ ਮੱਖਣ ਹੱਥ ਨਾ ਆਈ। ਭੇਖ ਉਤਾਰੋ ਦਾਸ ਦਾ ਵਤ ਕਿਉਂ ਸਾਰੀ ਰੀਤ ਜਲਾਈ। ਇਵੇਂ ਇਹ ਸਿੱਧਨਾਥ ਭੰਗਰਨਾਥ ਹੋਣੀ ਮਹਾਰਾਜ ਜੀ ਨਾਲ ਬਚਨ ਵਿਲਾਸ ਕਰਨ ਲੱਗ ਪਏ। ਫਿਰ ਗੁਰੂ ਸਾਹਿਬ ਜੀ ਨੇ ਕੋਈ ਜਵਾਬ ਦਿੱਤੇ ਸਨ, ਉਹ ਅੱਗੇ ਪ੍ਰਸੰਗ ਕਵੀ ਜੀ ਲਿਖ ਦੇਣਗੇ। ਇਵੇਂ ਸਾਧ ਸੰਗਤ ਜੀ ਉਹ ਅਚਲ ਬਟਾਲੇ ਤੋਂ ਸਤਿਗੁਰੂ ਜੀ ਐਵੇਂ ਕਿਰਪਾ ਵਰਤਾ ਕੇ ਆਪਣੇ ਚੋਜ ਕੌਤਕ ਕਰਕੇ
ਫਿਰ ਤਲਵੰਡੀ ਨਗਰ ਚਲੇ ਗਏ। ਜੋ ਭਾਈ ਮਰਦਾਨਾ ਜੀ ਦਾ ਸੁਪੁੱਤਰ ਸੀ ਸ਼ਹਿਜ਼ਾਦਾ ਨਾਮ ਦਾ, ਉਸ ਨੂੰ ਬੁਲਵਾਇਆ। ਉਸ ਨੂੰ ਬੁਲਵਾ ਕੇ ਤੇ ਸਤਿਗੁਰੂ ਮਹਾਰਾਜ ਵੀ ਤੈਨੂੰ ਖੁਰਮੇ ਸ਼ਹਿਰ ਵਿੱਚ ਲੈ ਕੇ ਜਾਣਾ ਹੈ ਸ਼ਹਿਜ਼ਾਦੇ, ਜਿੱਥੇ ਤੇਰੇ ਪਿਤਾ ਜੀ ਚੜ੍ਹਾਈ ਕੀਤੀ ਹੈ, ਵੀ ਤੈਨੂੰ ਉਸ ਨੇ ਸਰੋਪਾ ਬਖਸ਼ਣਾ ਹੈ। ਤੁਹਾਡੇ ਪਿਤਾ ਨੇ ਤਾਂ ਸਰੋਪਾ ਸਾਡੇ ਕੋਲ ਮੰਗ ਕੇ ਲਿਆ ਸੀ ਵੀ ਮਹਾਰਾਜ ਇੱਕ ਤਾਂ ਮੈਂ ਕੀਰਤਨ ਕਰਾਂ ਅਤੇ ਇੱਕ ਸਤਿਗੁਰੂ ਜੀ ਰਹਿੰਦੀ ਜ਼ਿੰਦਗੀ ਸਵਾਸਾਂ ਤੱਕ ਪਰਮੇਸ਼ਰ ਦਾ ਜਸ ਸਿਫਤ ਸਲਾਈ ਕਰਦਾ ਰਹਾਂ, ਅਤੇ ਇੱਕ ਸਾਡੇ ਨਾਲ ਰਹਿਣ ਦਾ ਸਰੋਪਾ ਮੰਗਿਆ ਸੀ, ਅਤੇ ਚੌਥਾ ਇਹ ਵੀ ਮਹਾਰਾਜ ਜਦੋਂ ਮੈਂ ਸਰੀਰ ਛੱਡ ਕੇ ਜਾਵਾਂ ਅਤੇ ਗੁਰੂ ਮਹਾਰਾਜ ਮੈਨੂੰ ਦਫਨਾਉਣਾ ਨਹੀਂ ਹੈ, ਮੇਰਾ ਸੰਸਕਾਰ ਕਰਨਾ ਹੈ। ਇਵੇਂ 4 ਸਰੋਪੇ ਅਸੀਂ ਬਖਸ਼ਿਸ਼ ਕੀਤੇ ਸੀ। ਹੁਣ ਵੀ ਤੈਨੂੰ ਕੈਸਾ ਸਰੋਪਾ ਚਾਹੀਦਾ, ਤੂੰ ਹੀ ਦੱਸ ਦੇ। ਕਹਿਣ ਲੱਗੇ ਮਹਾਰਾਜ ਜਿਵੇਂ ਪਿਤਾ ਜੀ ਨੇ ਕਿਰਪਾ ਕੀਤੀ ਉਸੇ ਤਰ੍ਹਾਂ ਮੇਰੇ 'ਤੇ ਕਿਰਪਾ ਕਰ ਦਿਓ, ਮੈਨੂੰ ਵੀ ਆਪਣਾ ਦਾਸ ਸਮਝੋ। ਗੁਰੂ ਸਾਹਿਬ ਕਹਿੰਦੇ ਵੀ ਸਾਡਾ ਤਾਂ ਫਿਰ ਇੱਕੋ ਹੀ ਵਚਨ ਹੈ, ਜਿੱਥੇ ਤੁਹਾਡੇ ਪਿਤਾ ਜੀ ਨੇ ਸਰੀਰ ਛੱਡਿਆ ਖੁਰਮੇ ਸ਼ਹਿਰ ਅਫਗਾਨਿਸਤਾਨ ਵਾਲੇ ਪਾਸੇ, ਉੱਥੇ ਤੁਸੀਂ ਰਹੋ ਪਰਿਵਾਰ ਸਮੇਤ, ਤੁਹਾਡਾ ਜਸ ਮਹਾਨ ਹੋਏਗਾ, ਤੁਹਾਡੀ ਅੰਸ ਬੰਸ ਬਹੁਤ ਵਧੇਗੀ। ਤੁਹਾਡੇ ਪਿਤਾ ਜੀ ਨਾਲ ਵੀ ਸਾਡਾ ਵਚਨ ਹੈ ਅਤੇ ਤੁਸੀਂ ਇਸੇ ਤਰ੍ਹਾਂ ਘਰ ਕਰਾ ਲਓ। ਫਿਰ ਇਹ ਚੱਲਣ ਲਈ ਤਿਆਰ ਹੋ ਗਏ ਸਨ। ਜਦੋਂ ਸਤਿਗੁਰੂ ਜੀ ਲੈ ਕੇ ਚੱਲ ਪਏ ਤਲਵੰਡੀ ਨਗਰ ਤੋਂ, ਤਲੰਬੇ ਨਗਰ ਜੋ ਮੁਲਤਾਨ ਜ਼ਿਲ੍ਹੇ ਵਿੱਚ ਹੈ, ਇੱਥੇ ਆਏ। ਇੱਥੇ ਇੱਕ ਸੱਜਣ ਠੱਗ ਰਹਿੰਦਾ ਸੀ, ਨਾਮ ਉਹਦਾ ਸੱਜਣ ਹੈ, ਬੜਾ ਤਕੜਾ ਵੈਰੀ ਠੱਗ ਸੀ। ਚਿੱਟੇ ਕੱਪੜੇ ਪਾ ਕੇ ਰੱਖਦਾ, ਲੰਮਾ ਚੋਲਾ, ਉੱਤੇ ਪੱਗ ਬੰਨ੍ਹਦਾ ਸੀ ਸਿਰ 'ਤੇ, ਅਤੇ ਹੈ ਉਂਝ ਬਗਲ ਸਮਾਦਮ ਸੀ, ਬਗਲ ਸਮਾਧੀ ਵਾਲਾ। ਚਿੱਟੇ ਜਿਨਕੇ ਕੱਪੜੇ ਮੈਲੇ ਚਿੱਤ ਕਠੋਰ ਜੀਓ, ਜਿਨ੍ਹਾਂ ਦੇ ਚਿੱਟੇ ਕੱਪੜੇ ਮਹਾਰਾਜ ਕਹਿੰਦੇ ਆ ਵੀ ਬਾਹਰੋਂ ਪਖੰਡੀਆਂ ਨੇ ਧਾਰਨ ਕੀਤੇ ਕਈਆਂ ਨੇ, ਉਹਨਾਂ ਦੇ ਚਿੱਤ ਬੜੇ ਮੈਲੇ ਅਤੇ ਕਠੋਰ ਹੈ। ਇਹ ਚਿੱਤ ਮੈਲੇ ਅਤੇ ਕਠੋਰ ਵਾਲਾ ਸੀ ਸੱਜਣ ਠੱਗ। ਜਿਵੇਂ ਇਸ ਨੇ ਸਾਧ ਸੰਗਤ ਜੀ ਕੀਤਾ ਅਤੇ ਗੁਰੂ ਸਾਹਿਬ ਜੀ ਪਖੰਡ ਨੂੰ ਨਾਸ ਕਰਨ ਵਾਸਤੇ ਮਾਤ ਲੋਕ 'ਤੇ ਆਏ ਹੋਏ। ਇਹਦਾ ਪਖੰਡ ਜਿਵੇਂ ਨਾਸ ਕੀਤਾ, ਇਹਨੂੰ ਠੱਗੀਆਂ ਤੋਂ ਹਟਾ ਕੇ ਸ਼ੁਭ ਉਪਦੇਸ਼ ਬਖਸ਼ਿਆ। ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਕਥਾ ਵਿਚਾਰ ਆਉਂਦੀ ਹੈ, ਆਓ ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਗੁਰੂ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਬਹੁਮੋਲੇ ਤਨ ਚੀਰ ਹੰਡਾਈ। ਭੇਖ ਭਗਤਾਂ ਵਾਲਾ ਭੋਰਾ ਮਾਤਰ ਵੀ ਦੇ ਅੰਦਰ ਦਇਆ ਨਹੀਂ। ਜੋ ਸੱਜਣ ਠੱਗ ਬਹੁਤ ਮੁੱਲ ਵਾਲੇ ਸਰੀਰ 'ਤੇ ਕੱਪੜੇ ਪਾ ਕੇ ਹੰਢਾਉਂਦਾ ਸੀ, ਕੀਮਤੀ ਵਸਤਰ ਹੰਢਾਉਂਦਾ ਸੀ। ਹੋਰ ਟਿਕ ਬੈਠ ਗਏ ਜਗ ਸਾਈਂ। ਇਹ ਤਲੰਬੇ ਸ਼ਹਿਰ ਦੇ ਨੇੜੇ ਜਿਹੇ ਹੋ ਕੇ ਸੰਸਾਰ ਦੇ ਸਾਈਂ ਗੁਰੂ ਸਾਹਿਬ ਮਹਾਰਾਜ ਜਾ ਕੇ ਬੈਠ ਗਏ। ਸਹਜਾਦਾ ਲੈ ਆਏ ਸਪੁਰ ਮੈਂ। ਇੱਧਰ ਭਾਈ ਮਰਦਾਨਾ ਜੀ ਦਾ ਸਪੁੱਤਰ ਸਹਿਜਾਦਾ ਸਤਿਗੁਰ ਜੀ ਦੀ ਆਗਿਆ ਲੈ ਕੇ ਤਲੰਬੇ ਸ਼ਹਿਰ ਦੇ ਵਿੱਚ ਗਵਨਿਆ ਲਾਗੀ ਸਦਾ ਉਦਰ ਮੈਂ। ਜਿਸ ਭਾਈ ਮਰਦਾਨੇ ਦੇ ਸਪੁੱਤਰ ਸ਼ਹਿਜ਼ਾਦੇ ਦੇ ਪੇਟ ਵਿੱਚ ਬਹੁਤ ਹੀ ਭੁੱਖ ਲੱਗੀ ਸੀ। ਪਹਿਲਾਂ ਪਿਤਾ ਜੀ ਨੂੰ ਭੁੱਖ ਲੱਗਦੀ ਸੀ, ਹੁਣ ਪੁੱਤਰ ਨੂੰ ਭੁੱਖ ਲੱਗੀ ਹੈ। ਇਵੇਂ ਉੱਧਰ ਸਤਿਗੁਰ ਜੀ ਦੀ ਆਗਿਆ ਲੈ ਕੇ ਤੇ ਚੱਲ ਪਏ ਤਲੰਬੇ ਸ਼ਹਿਰ ਵਿੱਚ। ਜਾਏ ਤਹਾਂ ਧਰਮਸ਼ਾਲਾ ਦੇਖੀ। ਉੱਥੇ ਜਾ ਕੇ ਤਲੰਬੇ ਨਗਰ ਸ਼ਹਿਰ ਵਿੱਚ ਧਰਮ ਦੀ ਜਗ੍ਹਾ ਦੇਖੀ ਹੈ ਇੱਕ, ਜਿੱਥੇ
ਠਾਕਰ ਦੁਆਰਾ ਬੜਾ ਤਕੜਾ ਬਣਾਇਆ ਹੋਇਆ, ਇੱਕ ਪਾਸੇ ਮਸੀਤ ਬਣਾਈ ਹੋਈ ਦੇਖੀ ਹੈ। ਸੱਜਣ ਜਿਸ ਮਹਿ ਆਗੀ ਵਸੇਖੀ, ਜਿਸ ਠਾਕਰ ਦੁਆਰੇ ਮਸੀਤ ਦੇ ਵਿੱਚ ਕਹਿੰਦੇ ਸੱਜਣ ਨਾਮ ਦਾ ਠੱਗ ਬੜਾ ਤਗੜਾ ਪਾਪੀ ਰਹਿੰਦਾ ਸੀ। ਨੀਕੀ ਬਿਦ ਸਾਕੀਨ ਦਵਾਏ, ਐਵੇਂ ਸ਼ਹਿਜ਼ਾਦੇ ਨੇ ਚੰਗੀ ਤਰ੍ਹਾਂ ਦੁਆ ਕੀਤੀ ਹੈ ਮਸੀਤ ਵਿੱਚ ਜਾ ਕੇ ਵੀ ਇਹ ਜਿਹੜਾ ਜਜਮਾਨ ਜਿਹਨੇ ਬਣਾਏ ਆ ਇਸ ਮਸੀਤ ਤੇ ਮੰਦਰ, ਇਹਦੀ ਬੜੀ ਚੜ੍ਹਦੀ ਕਲਾ ਹੋਵੇ। ਸਹਜਾਦਾ ਬੈਠਿਓ ਟਿਕ ਜਾਏ, ਐਵੇਂ ਸਹਿਜਾਦਾ ਸੱਜਣ ਠੱਗ ਦੇ ਕੋਲ ਜਾ ਬੈਠਾ। ਸਾਦਰ ਸਾਂ ਸੱਜਣ ਬਚ ਕਹਾਈ, ਬੜੇ ਆਦਰ ਸਨਮਾਨ ਨਾਲ ਇਹ ਸੱਜਣ ਜਿਹੜਾ ਠੱਗ ਸੀ ਇਹ ਕਹਿਣ ਲੱਗਾ ਬਚਨ, ਆਵੋ ਭਾਈ ਕਹਿ ਤੇ ਜਾਈ। ਆਓ ਭਰਾਵੋ, ਆਓ ਆਓ ਜੀ, ਕਿੱਥੋਂ ਆਏ ਹੋ? ਤੇ ਕਹਤੇ ਜਾਈ, ਕਹਤੇ ਰਹੇ ਕਹਿੰਦਾ ਵੀ ਆਓ ਭਰਾ ਜੀ, ਕਿੱਥੇ ਰਹਿੰਦੇ ਹੋ ਤੁਸੀਂ? ਕੋ ਹੈ ਤੇਰੋ ਵਰਨ ਬਤਾਵਹੁ, ਤੁਹਾਡਾ ਵਰਨ ਕੀ ਹੈ, ਜਾਤੀ ਕਿਹੜੀ ਹੈ, ਇਹ ਵੀ ਦੱਸ ਦਿਓ। ਕਿਤ ਤੇ ਆਇਓ ਕਿਤ ਕੋ ਜਾਵਹੁ, ਕਿੱਧਰੋਂ ਤੁਸੀਂ ਆਏ ਹੋ ਤੇ ਕਿੱਥੇ ਜਾਵੋਗੇ ਜੀ? ਜਾਤ ਮੇਰਾਸੀ ਜਾਨਹ ਮੇਰੀ, ਉਸ ਵੇਲੇ ਭਾਈ ਮਰਦਾਨਾ ਜੀ ਦਾ ਸੁਪੁੱਤਰ ਸ਼ਹਿਜ਼ਾਦਾ ਕਹਿਣ ਲੱਗੇ, ਕਹਿੰਦੇ ਵੀ ਸੱਜਣਾ ਮੇਰੀ ਜਾਤ ਜਾਣ ਲਾ, ਮਰਾਸੀ ਜਾਤ ਹੈ ਮੇਰੀ। ਸਦਨ ਹਮਾਰੇ ਦੂਰ ਕਨੇਰੀ, ਜਿਹੜੇ ਸਾਡੇ ਘਰ ਬਹੁਤ ਇੱਥੋਂ ਦੂਰ ਹੈ, ਭਾਵ ਪੰਜਾਬ ਵਿੱਚ ਹੈ। ਜਾਂ ਅਗਾਰੀ ਕਾਰਜ ਕੋਈ, ਅੱਗੇ ਬੜਾ ਮੈਨੂੰ ਖਾਸ ਹੀ ਕੰਮ ਹੈ ਜਿਸ ਕਰਕੇ ਜਾ ਰਿਹਾ ਹਾਂ। ਤੁਮ ਟਿਕ ਆਇਓ ਸ਼ੁਦਾ ਜੇ ਹੋਈ, ਤੁਹਾਡੇ ਕੋਲ ਮੈਂ ਤਾਂ ਆਇਆ ਹਾਂ, ਆ ਪੇਟ ਵਿੱਚ ਭੁੱਖ ਜੀ ਜਿਹੜੀ ਹੋ ਆਈ ਹੈ, ਉਸ ਭੁੱਖ ਨੂੰ ਮਿਟਾਉਣ ਵਾਸਤੇ, ਕੁਝ ਛਕਣ ਛਕਾਉਣ ਵਾਸਤੇ ਤੁਹਾਡੇ ਕੋਲ ਆਇਆ ਹਾਂ। ਸੱਜਣ ਕਹਿ ਆਹਾਰ ਕਨੇਰਾ, ਇਹ ਸੱਜਣ ਠੱਗ ਕਹਿਣ ਲੱਗਾ ਵੀ ਸ਼ਹਿਜ਼ਾਦੇ ਮਰਾਸੀਆ, ਇੱਥੇ ਤੇ ਬੜਾ ਭੋਜਨ ਹੈ ਮੇਰੇ ਕੋਲ। ਕੋ ਜਜਮਾਨ ਵੱਡਾ ਹੋ ਤੇਰਾ, ਤੇਰਾ ਵੀ ਜਿਹੜਾ ਜਜਮਾਨ ਮਾਲਿਕ ਹੈ ਉਹ ਕਿੰਨਾ ਕੁ ਵੱਡਾ ਹੈ। ਜਾ ਕੋ ਇਹ ਮਰਾਸੀ ਐਸੋ, ਜਿਸ ਦਾ ਵੀ ਮਰਾਸੀ ਐਸਾ ਹੈ ਵੀ ਬੜੇ ਸੋਹਣੇ ਤੂੰ ਕੱਪੜੇ ਵਸਤਰ ਪਾਏ, ਸੋਹਣੀ ਪੱਗ ਬੰਨੀ ਹੈ, ਜਿਹਦਾ ਮਰਾਸੀ ਐਸਾ ਹੈ ਉਹ ਵੀ ਤੂੰ ਦੱਸ ਤੇਰਾ ਜਜਮਾਨ ਮਾਲਕ ਕਿੰਨਾ ਵੱਡਾ ਹੈ। ਮੁਝ ਤੇ ਵੱਡਾ ਕੇ ਲਗ ਕਹੁ ਤੈਸੋ, ਮੇਰੇ ਤੋਂ ਵੱਡਾ ਹੈ ਕਿ ਜਾਂ ਛੋਟਾ ਹੈ? ਥੋੜੇ ਧਨ ਦੌਲਤ ਵਾਲਾ ਦੱਸ ਦੇ ਮੈਨੂੰ ਉਸੇ ਤਰ੍ਹਾਂ ਹੀ। ਸਹਜਾਦੇ ਸਨ ਬਚਨ ਬਖਾਨਾ, ਸੁਣ ਕੇ ਸ਼ਹਿਜ਼ਾਦੇ ਨੇ ਬਚਨ ਕਿਹਾ, ਹਮ ਤੁਮ ਤੇ ਮਮ ਪ੍ਰਭੂ ਮਹਾਨਾ, ਐਵੇਂ ਸੱਜਣ ਮੇਰੇ ਤੇ ਤੇਰੇ ਤੋਂ ਜਿਹੜੇ ਮੇਰੇ ਮਾਲਕ ਹੈ ਬਹੁਤ ਵੱਡੇ ਐ। ਜੋ ਜਾਚਹ ਪੂਰਹ ਤਿਹ ਕਾਮਾ, ਉਹਨਾਂ ਕੋਲੋਂ ਜੋ ਵੀ ਕੋਈ ਮੰਗੇ ਉਸ ਦੀ ਉਹ ਉਹੀ ਕਾਮਨਾ ਪੂਰੀ ਕਰ ਦਿੰਦੇ ਐ। ਛਤਰੀ ਕੁਲ ਸ੍ਰੀ ਨਾਨਕ ਨਾਮਾ, ਮੇਰੇ ਜਜਮਾਨ ਮਾਲਕ ਦਾ ਨਾਮ ਸ੍ਰੀ ਗੁਰੂ ਨਾਨਕ ਦੇਵ ਜੀ ਹੈ। ਛਤਰੀਆਂ ਦੀ ਕੁਲ ਹੈ, ਬੇਦੀ ਵੰਸ਼ ਹੈ, ਤਿੰਨ ਬੇਦੀਏ ਕੇ ਕੁਲ ਵਿਖੇ ਪ੍ਰਗਟੇ ਨਾਨਕ ਰਾਏ। ਸਭ ਸਿੱਖਨ ਕੋ ਸਿੱਖ ਸੁਖ ਦੇ ਜੈ ਤੈ ਭਏ ਸਹਾਏ। ਸੱਜਣ ਆਪਣੇ ਨਰ ਸੋ ਕਹੀ, ਉਸ ਵੇਲੇ ਸੁਣ ਕੇ ਸੱਜਣ ਆਪਣੇ ਲੋਕਾਂ ਨੂੰ ਕਹਿਣ ਲੱਗਾ ਜਿਹੜੇ ਮੁਸ਼ਟੰਡੇ ਰੱਖੇ ਸਨ, ਵੱਡ ਪ੍ਰਭ ਕੋ ਸੋ ਮਰਾਸੀ ਅਹੀ। ਐਵੇਂ ਉਹ ਢੰਗ ਦੇ ਨਾਲ ਇਸ਼ਾਰਿਆਂ ਜੀ ਅੱਖਾਂ ਜੀ ਕਹਿਣ ਲੱਗਾ ਚਲਾਕੀ ਨਾਲ, ਕਹਿੰਦਾ ਵੀ ਇਹ ਬੜੇ ਵੱਡੇ ਜਜਮਾਨ ਦਾ ਮਰਾਸੀ ਹੈਗਾ ਹੈ। ਸੇਵਾ ਕੀਜੈ ਅਦਕ ਬਨਾਈ, ਇਸ ਕਰਕੇ ਵੀ ਚੰਗਾ ਚੋਖਾ ਹੀ ਹੈ, ਬਣਾ ਸਵਾਰ ਕੇ ਦੀ ਸੇਵਾ ਕਰੀਏ, ਭਾਵ ਕਿ ਚੰਗਾ ਇਹਨੂੰ ਚਾਟਾ ਛਕਾਈਏ ਅੰਦਰ ਵਾੜ ਕੇ। ਜਿਸ ਪ੍ਰਕਾਰ ਇਹ ਹੋਰ ਹਰ ਖਾਈ, ਜਿਸ ਤਰ੍ਹਾਂ ਵੀ ਬਹੁਤ ਖੁਸ਼ ਹੋਵੇ ਇਹਦੇ ਵਿੱਚ, ਭਾਵ ਚੰਗੀ ਇਹਦੇ
ਜਿਹੜੇ ਚਾਟਾ ਨੂੰ ਛਕਾਉਣਾ, ਜਿਹਦੇ ਕਰਕੇ ਬਹੁਤਾ ਹੀ ਤੰਗ ਹੋਵੇ, ਵਿੱਚੋਂ ਵਿੱਚ ਹੀ ਕਹਿ ਦਿੱਤਾ ਹੈ। ਤਿਹ ਸ਼ਨ ਇੱਕ ਨਰ ਆਇਓ ਬੁਲਾਵਨਾ। ਜਦੋਂ ਇਹਨੇ ਕਿਹਾ ਵੀ ਇਹਦਾ ਜਜਮਾਨ ਬਹੁਤ ਵੱਡਾ ਹੈ, ਇਹ ਉਹਦਾ ਵੀ ਮਰਾਸੀ ਹੈ, ਵੇਖੋ ਕਿੰਨਾ ਬਣਿਆ ਠਣਿਆ ਹੈ, ਇਹਦੀ ਸੇਵਾ ਕਰਨੀ ਚੰਗੀ ਤਰ੍ਹਾਂ, ਜਿਹਦੇ ਕਰਕੇ ਖੁਸ਼ ਹੋ ਜਾਏ। ਉਸੇ ਵੇਲੇ ਇਹਦਾ ਜਿਹੜਾ ਰੱਖੇ ਹੋਏ ਸਨ ਉਹ ਕੁੱਟਣ ਕਟਾਉਣ ਵਾਲੇ, ਉਹਨਾਂ ਵਿੱਚ ਇੱਕ ਅੰਦਰੋਂ ਆਇਆ ਬੁਲਾਉਣ, ਚਲਹੁ ਮਰਾਸੀ ਭੋਜਨ ਖਾਵਨਾ। ਚੱਲ ਵੀ ਮਰਾਸੀਆ, ਭੋਜਨ ਅੰਦਰ ਤਿਆਰੀ ਹੈ, ਛਗਲਾ ਚੱਲ ਕੇ। ਅੰਤਰ ਸਦਨ ਤਾਹੇ ਲੈ ਗਏ। ਇੱਧਰੋਂ ਭਾਈ ਮਰਦਾਨਾ ਜੀ ਦਾ ਸਪੁੱਤਰ ਬੜਾ ਖੁਸ਼ ਵੀ ਚੰਗਾ ਹੀ ਖਾਵਾਂਗੇ, ਤੇ ਇਹ ਜਿਹੜੇ ਨਾਲ ਅੰਦਰ ਘਰ ਦੇ ਹੋਰ ਪਿਛਲੇ ਜੇ ਕਮਰੇ ਵਿੱਚ ਲੈ ਗਏ। ਮਾਨਵ ਤਹ ਇਕਠਾ ਭਏ। ਤਿੰਨੇ ਜਿਹੜੇ ਮਨੁੱਖ ਸੀ ਨਾ, ਸੱਜਣ ਠੱਗ ਦੇ ਮੁਸ਼ਟੰਡੇ, ਚੰਗੇ ਜਵਾਨ ਤਗੜੇ ਬਾਂਕੇ, ਬਾਹਾਂ ਜਿਹੀਆਂ ਟੰਗ ਕੇ ਉੱਥੇ ਇਕੱਠੇ ਹੋ ਗਏ ਤਿੰਨ ਜਾਣੇ। ਦੋਹਰਾ ਗਹ ਸਹਜਾਦੇ ਕੇ ਤਬਾ। ਉਸ ਵੇਲੇ ਆ ਖਵਾਉਣਾ ਦੇ ਕੋਈ ਸੀ, ਕਹਿੰਦੇ ਸ਼ਹਿਜ਼ਾਦੇ ਨੂੰ ਫੜ ਕੇ ਤਦੋਂ ਮੁਸਕਾਂ ਲਈ ਚੜਾਏ। ਲੱਤਾਂ ਬਾਹਾਂ ਦੀਆਂ ਬੰਨ ਲਈਆਂ, ਮੁਸਕਾਂ ਚੜਾ ਲਈਆਂ ਹਨ। ਬਹੁ ਮੋਲੇ ਤਨ ਚੀਰਜੇ। ਜਿਹੜੇ ਬਹੁਤ ਮੁੱਲ ਵਾਲੇ ਕੱਪੜੇ ਸਰੀਰ ਤੇ, ਸਭ ਖਸੋਟ ਦੁਖਦਾਏ। ਬਹੁਤ ਮੁੱਲ ਵਾਲੇ ਜਿਹੜੇ ਕੱਪੜੇ ਸਰੀਰ ਦੇ ਪਾਏ ਹੋਏ ਸੀ, ਉਹ ਸਾਰੇ ਖੋਲੇ ਲਾ ਕੇ ਬੜਾ ਦੁੱਖ ਦਿੱਤਾ ਇਹਨਾਂ। ਚੌਪਈ ਬਹਰੋ ਦੇ ਸਾਸਨਾ ਕਹੀ। ਫਿਰ ਬੜੀ ਜਿਹੜੀ ਹੈ ਸਾਸਨਾ ਸਜ਼ਾ ਦਿੰਦੇ, ਕੁੱਟਦੇ, ਮਾਰਦੇ ਤੇ ਕਹਿੰਦੇ ਐ, ਤੁਮਟ ਗੌਰ ਵਸਤ ਜੋ ਹੈ। ਉਹ ਸ਼ਹਿਜ਼ਾਦੇ ਮਰਾਸੀਆ, ਜਿਹੜੀ ਤੇਰੇ ਕੋਲ ਕੋਈ ਵਸਤੂ ਹੈਗੀ ਹੈ ਹੋਰ, ਸੋ ਅਬ ਦੀਜਾ ਸਰਬ ਬਤਾਏ। ਉਹ ਸਾਰੀ ਸਾਨੂੰ ਦੱਸ ਦੇ ਵੀ ਕਿੱਥੇ ਤੂੰ ਲੁਕਾਏ ਛਪਾਏ ਪੈਸਾ ਧੇਲਾ। ਨਾਤਰ ਤੁਝ ਮਾਰਹ ਇਹ ਥਾਏ। ਨਹੀਂ ਤੇ ਵੇਖੜਾ ਕੋਈ ਨਹੀਂ ਛਡਾਏਗਾ, ਇਸੇ ਥਾਂ ਹੀ ਤੈਨੂੰ ਮਾਰ ਦਿਆਂਗੇ। ਪੀੜ ਭਈ ਸਹਜਾਦੇ ਜਬ ਹੀ। ਜਦੋਂ ਹੀ ਕਹਿੰਦੇ ਪੀੜ ਭਈ, ਜਦੋਂ ਕੁੱਟਣਾ ਮਾਰਨਾ ਸ਼ੁਰੂ ਕੀਤਾ ਤੇ ਜਦੋਂ ਸਹਿਜਾਦੇ ਨੂੰ ਬੜੀ ਪੀੜ ਹੋਈ ਹੈ। ਸ੍ਰੀ ਨਾਨਕ ਚਿਤ ਕੀਨੇ ਤਬ ਹੀ। ਗੁਰੂ ਨਾਨਕ ਸਾਹਿਬ ਜੀ ਨੂੰ ਉਸ ਵੇਲੇ ਸ਼ਹਿਜ਼ਾਦੇ ਚਿੱਤ ਵਿੱਚ ਯਾਦ ਕੀਤਾ ਹੈ। ਭਲੇ ਤਪਾ ਜੀ ਮੋਕੋ ਭੇਜਾ। ਗੁਰੂ ਨਾਨਕ ਸਾਹਿਬ ਤਪਾ ਜੀ, ਚੰਗਾ ਮੈਨੂੰ ਤੁਸਾਂ ਨੇ ਛਕਣ ਛਕਾਉਣ ਵਾਸਤੇ ਭੇਜਿਆ, ਵੀ ਖਾਲਾ ਜਾ ਕੇ। ਹੋਤ ਵੱਡੋ ਦੁਖ ਫਟਤ ਕਰੇਜਾ। ਮਹਾਰਾਜ ਇਹਨਾਂ ਨੇ ਚੰਗਾ ਹੀ ਮੈਨੂੰ ਖਵਾਇਆ ਹੈ, ਸਗੋਂ ਹੱਡ ਪੈਰ ਤੋੜੇ ਹੈ, ਬੜਾ ਦੁੱਖ ਹੋ ਰਿਹਾ ਮੇਰਾ, ਤੇ ਕਲੇਜਾ ਫਟਦਾ ਜਾ ਰਿਹਾ ਹੈ। ਭੋਲਿਓ ਹਿਰਦੇ ਬੈਸਨੋ ਦੇਖਾ। ਯਾਦ ਕਰਦਾ ਹੀ ਕਹਿੰਦਾ ਹੈ, ਮਹਾਰਾਜ ਮੈਂ ਤੇ ਇਹਦਾ ਠੱਗ ਦਾ ਭੇਖ ਦੇ ਕੇ ਭਗਤਾਂ ਵਾਲਾ ਹਿਰਦੇ ਵਿੱਚ ਭੁੱਲ ਗਿਆ। ਨਹ ਜਾਣਤ ਹੈ ਅਗੀਬ ਸੇਖਾ। ਮੈਂ ਨਹੀਂ ਸੀ ਜਾਣਦਾ ਇਹਨੂੰ ਵੀ ਇਹ ਤੇ ਬੜਾ ਤਕੜਾ ਪਾਪੀ ਠੱਗ ਬੈਠਾ ਇੱਥੇ ਮੰਦਰ ਵਿੱਚ। ਸਹਜਾਦੇ ਕੀ ਸਭ ਵਿਦ ਜਾਣੀ। ਇੱਧਰ ਸਹਿਜਾਦੇ ਦੀ ਸਭ ਤਰ੍ਹਾਂ ਨਾਲ ਗੁਰੂ ਸਾਹਿਬ ਜੀ ਨੇ ਜਾਣ ਲਈ ਹੈ। ਅੰਤਰਜਾਮੀ ਪੁਰਖ ਵਿਧਾਤੇ, ਘਟ ਘਟ ਕੇ ਅੰਤਰ ਕੀ ਜਾਣਤ। ਮਹਾਰਾਜ ਅੰਦਰ ਦੀਆਂ ਜਾਣਨ ਵਾਲਿਆਂ ਸਤਿਗੁਰਾਂ ਨੇ ਸਹਿਜਾਦੇ ਦੀ ਸਾਰੀ ਜਿਹੜੀ ਹਾਲਤ ਜਾਣ ਲਈ ਹੈ। ਤੂਰਨ ਗਮਨ ਕੀਨ ਗੁਣ ਖਾਨੀ। ਗੁਣਾਂ ਦੀ ਖਾਨ ਸਤਿਗੁਰ ਜੀ ਨੇ ਭਾਈ ਬਾਲਾ ਜੀ ਨੂੰ ਨਾਲ ਲੈ ਕੇ ਬੜੀ ਛੇਤੀ ਚੱਲਣਾ ਕੀਤਾ। ਬੈਸ ਜਹਾਂ ਬੈਸਨੋ ਬਨ ਕਾ। ਜਿੱਥੇ ਸੱਜਣ ਠੱਗ ਬੜਾ ਭਗਤ ਬਣ ਕੇ ਬੈਠਿਆ ਹੋਇਆ ਸੀ। ਦੁਆਦਸ ਤਿਲਕ ਲਗਾਏ ਗਨ ਕਾ। 12 ਤਿਲਕੇ ਨੇ ਗਿਣ ਕੇ ਲਾਏ ਸਨ, ਮੱਥੇ ਤੇ, ਗਲ ਤੇ, ਇਸੇ ਤਰ੍ਹਾਂ ਮੋਢਿਆਂ ਤੇ, ਛਾਤੀ ਤੇ, ਪੇਟ ਤੇ, ਪਿੱਠ ਤੇ,
12 ਤਿਲਕ ਵੈਸ਼ਨੋ ਮਤ ਵਾਲਿਆਂ ਵਾਲੇ ਗਿਣ ਕੇ ਲਾਏ ਹੋਏ ਸਨ। ਜਾਏ ਨਿਕਟ ਬੇਦੀ ਕਲ ਰਾਏ। ਬੇਦੀਆਂ ਦੇ ਕੋਲ ਦੇ ਰਾਜਾ ਰੂਪ ਸਤਿਗੁਰੂ ਜੀ ਜਾ ਬੈਠੇ ਕੋਲੇ ਦੇ। ਸ੍ਰੀ ਕਰਤਾਰ ਕਰਤਾਰ ਅਲਾਈ। ਮਹਾਰਾਜ ਜਾਂਦੇ ਧਨ ਕਰਤਾਰ ਸਤ ਕਰਤਾਰ ਸੁਭਾਈਮਾਨ ਕਰਤਾਰ ਕਿਹਾ। ਸੱਜਣ ਹਮਰੋ ਏਕ ਮਿਰਾਸੀ। ਨਾਮ ਲੈ ਕੇ ਕਹਿੰਦੇ ਐ ਸੱਜਣ ਸਾਡਾ ਇੱਕ ਇੱਥੇ ਮਿਰਾਸੀ। ਸੋ ਚਲ ਆਇਓ ਤੁਮਰੇ ਪਾਸੀ। ਸਾਡੇ ਪਾਸੋਂ ਚੱਲ ਕੇ ਉਹ ਤੇਰੇ ਪਾਸ ਆਇਆ ਸੀ ਹੁਣੇ ਹੁਣੇ। ਹਟ ਕੈ ਪੁਨ ਹਮ ਪਾਸ ਨਾ ਗਇਓ। ਪਿਓ ਮੁੜ ਕੇ ਫਿਰ ਸਾਡੇ ਪਾਸ ਨਹੀਂ ਗਿਆ ਵਾਪਸ। ਕੋ ਜਾਣ ਤਿਹ ਕੋ ਕਿਆ ਭਇਓ। ਕੌਣ ਕੋਈ ਜਾਣੇ ਵੀ ਉਹਨੂੰ ਵੀ ਇੱਥੇ ਆ ਕੇ ਕੀ ਹੋ ਗਿਆ ਜਿਸ ਕਰਕੇ ਵਾਪਸ ਨਹੀਂ ਮੁੜਿਆ ਹੈ। ਸੱਜਣ ਕਹਾ ਨਾ ਆਇਓ ਕੋਈ। ਇਹ ਸੱਜਣ ਠੱਗ ਨੇ ਠੱਗ ਹੀ ਰਹਿਣਾ, ਠੱਗੀਆਂ ਮਾਰਨ ਵਾਲੇ ਨੇ। ਕਹਿੰਦਾ ਜੀ ਇੱਥੇ ਤੇ ਕੋਈ ਨਹੀਂ ਆਇਆ। ਜੇ ਆਵਤ ਹਮ ਟਿਗ ਹੋਇਆ ਸੋਈ। ਮਹਾਰਾਜ ਸੰਤ ਜੀ ਜੇ ਆਉਂਦਾ ਤੇ ਇੱਥੇ ਸਾਡੇ ਪਾਸ ਹੀ ਹੁੰਦਾ ਉਹ ਤੁਹਾਡਾ ਮਿਰਾਸੀ। ਸ੍ਰੀ ਗੁਰ ਕਹਾ ਕਰ ਆਇਓ ਤੋਹੀ। ਗੁਰੂ ਸਾਹਿਬ ਜੀ ਕਹਿਣ ਲੱਗੇ ਸੱਜਣ ਐਵੇਂ ਝੂਠ ਨਾ ਬੋਲੋ ਤੇਰੇ ਘਰ ਹੀ ਆਇਆ ਹੋਇਆ ਹੈ। ਕੂਰ ਨਾ ਕਹੋ ਇਹਾਂ ਸੋ ਹੋਹੀ। ਐਵੇਂ ਝੂਠ ਨਾ ਸਾਨੂੰ ਕਹਿ ਉਹ ਇੱਥੇ ਹੀ ਕਿਤੇ ਅੰਦਰ ਹੋਇਆ ਹੋਣਾ ਹੈ। ਸੁਨ ਸੱਜਣ ਪੁਨ ਬਚਨ ਬਖਾਨਾ। ਸੁਣ ਕੇ ਸਤਿਗੁਰੂ ਜੀ ਤੋਂ ਸੱਜਣ ਨੇ ਫਿਰ ਬਚਨ ਕਿਹਾ। ਤੁਮ ਪਿਖਿਅਤ ਹੋ ਸੰਤ ਮਹਾਨਾ। ਚਲਾਕੀ ਜੀ ਨਾਲ ਵੀ ਮੇਰਾ ਵੀ ਤੀਸਰਾ ਨੇਤਰ ਖੁੱਲਿਆ ਹੋਇਆ ਵੀ ਸੰਤ ਕਿਹੋ ਜਿਹੇ ਹੁੰਦੇ। ਕਹਿੰਦਾ ਜੀ ਮੈਨੂੰ ਤਾਂ ਤੁਸੀਂ ਸੰਤ ਬੜੇ ਤਗੜੇ ਦਿਖ ਰਹੇ ਹੋ। ਝੂਠ ਨਾ ਤੁਮ ਸੋ ਕਰੋ ਉਚਾਰੀ। ਉਹ ਸੰਤ ਏਡੇ ਹੁਣ ਮੈਂ ਬੜਾ ਝੂਠ ਬੋਲ ਸਕਦਾ ਹਾਂ। ਸੰਤ ਜੀ ਮੈਂ ਤੁਹਾਡੇ ਅੱਗੇ ਝੂਠ ਨਹੀਂ ਉਚਾਰ ਕੇ ਕਹਿ ਰਿਹਾ। ਨਹਿ ਪ੍ਰਤੀਤ ਤੋ ਲਿਹੋ ਨਿਹਾਰੀ। ਬਾਕੀ ਫਿਰ ਵੀ ਜੇ ਤੁਹਾਨੂੰ ਮੇਰੇ ਤੇ ਭਰੋਸਾ ਨਹੀਂ ਹੈ ਯਕੀਨ ਨਹੀਂ ਤੇ ਤੁਸੀਂ ਆਪ ਹੀ ਅੱਗੇ ਹੋ ਕੇ ਵੇਖ ਲਓ। ਗੁਰ ਮੁਝ ਸੋ ਕਹਿ ਜਾਵੋ ਬਾਲਾ। ਗੁਰੂ ਸਾਹਿਬ ਜੀ ਭਾਈ ਬਾਲਾ ਕਹਿੰਦੇ ਮੈਨੂੰ ਕਹਿਣ ਲੱਗੇ ਵੀ ਭਾਈ ਬਾਲਾ ਤੁਸੀਂ ਜਾਓ ਭਲਾ ਅੰਦਰ। ਕਰਹੁ ਵੈਸਨਾ ਕੋ ਮੁਖ ਕਾਲਾ। ਇਹ ਜਿਹੜਾ ਭਗਤ ਬਣਿਆ ਨਾ ਵੈਸ਼ਨੋ ਬਣਿਆ 12 ਤਿਲਕ ਲਾ ਕੇ ਗਿੱਟਿਆਂ ਤੱਕ ਚੋਲਾ ਪਾਇਆ ਨੇ ਲੰਮਾ। ਇਹ ਭਗਤ ਦਾ ਮੂੰਹ ਕਾਲਾ ਕਰੋ। ਇਹ ਸ਼ਹਿਜ਼ਾਦੇ ਨੂੰ ਅੰਦਰੋਂ ਕੱਢ ਕੇ ਅੰਤਰ ਤੇ ਸਹਜਾਦਾ ਲਿਆਏ। ਅੰਦਰੋਂ ਸ਼ਹਿਜ਼ਾਦੇ ਨੂੰ ਲਿਆ ਕੇ ਕਾਲਖ ਜਾਂ ਕੇ ਬਦਨ ਲਗਾਏ। ਇਹਦੇ ਵੀ ਮੂੰਹ ਦੇ ਕਾਲਖ ਭਾਈ ਬਾਲਾ ਲਾ ਅੰਦਰੋਂ ਹੀ ਕੱਢ ਕੇ ਦਿਖਾ ਇਹਨੂੰ ਵੀ ਆ ਕਿੱਥੋਂ ਹੁਣ ਆਇਆ ਹੈ ਸ਼ਹਿਜ਼ਾਦਾ। ਸੁਨਤ ਸ਼ਰਾਨ ਮਹ ਪੂਰਨ ਗਇਓ। ਸੁਣ ਕੇ ਕੰਨਾਂ ਵਿੱਚ ਭਾਈ ਬਾਲਾ ਕਹਿੰਦੇ ਮੈਂ ਬੜੀ ਛੇਤੀ ਨਾਲ ਗਿਆ। ਬੰਧਨ ਯੁਗਤ ਬਿਲੋਕਤ ਭਇਓ। ਜਦੋਂ ਅੰਦਰ ਜਾ ਕੇ ਵੇਖਿਆ ਤੇ ਬੰਧਨਾਂ ਦੇ ਸਹਿਤ ਵੇਖਿਆ ਕਹਿੰਦੇ ਭਾਵ ਉਹ ਰੱਸੀਆਂ ਨਾਲ ਨੂੜਿਆ ਹੋਇਆ ਦੇਖਿਆ ਸ਼ਹਿਜ਼ਾਦੇ ਨੂੰ। ਮੁਕਤ ਕਰਿਓ ਸੋ ਲੀਨ ਉਠਾਈ। ਰੱਸਾ ਜਾ ਖੋਲ ਕੇ ਛੁਡਾ ਲਿਆ ਤੇ ਤਾਂ ਨੂੰ ਉਠਾ ਲੈਣਾ ਕੀਤਾ। ਸਹਜਾਦੇ ਤਬ ਗਿਰਾ ਲਾਈ। ਉਸ ਵੇਲੇ ਭਾਈ ਮਰਦਾਨੇ ਜੀ ਦੇ ਸਪੁੱਤਰ ਨੇ ਵਚਨ ਕਿਹਾ ਭਾਈ ਬਾਲੇ ਨੂੰ ਭਲੇ ਥਾਨ ਭੇਜੋ ਮੁਝ ਨਾਥਾ। ਭਾਈ ਬਾਲਾ ਮੇਰੇ ਮਾਲਕ ਗੁਰੂ ਨਾਨਕ ਸਾਹਿਬ ਨੇ ਚੰਗੇ ਥਾਂ ਭੇਜਿਆ ਮੈਨੂੰ। ਚੀਰ ਉਤਾਰੇ ਬੰਦੇ ਹਾਥਾ। ਆ ਇਹਨਾਂ ਕੀ ਖਵਾਉਣਾ ਪਿਆਉਣਾ ਨੰਗ ਮਲੰਗਾ ਨੇ ਮੇਰੇ ਕੱਪੜੇ ਵੀ ਲਾ ਲਏ ਆ ਤੇ ਹੱਥ ਵੀ ਮੇਰੇ ਬੰਨ੍ਹਤੇ ਐ। ਇਨ ਤੇ ਪਟ ਅਬ ਦੇਹੋ ਦਿਵਾਏ। ਭਾਈ ਬਾਲਾ ਮੇਰੇ ਵੱਲ ਵੇਖ ਆ ਇਹਨਾਂ ਤੋਂ ਹੁਣ ਮੇਰੇ ਕੱਪੜੇ ਪੱਗ ਜੀ ਦੇ ਦਵਾਈ ਦੇਣਾ ਤੂੰ। ਬੜੇ ਦੁਸ਼ਟ ਪਾਪੀ ਦੁਖਦਾਏ। ਬੜੇ ਦੁਸ਼ਟ ਹੈ ਪਾਪੀ ਦੁੱਖ ਦੇਣ ਵਾਲੇ ਦੁੱਖ ਦਿੱਤੇ ਨਾ ਮੈਨੂੰ। ਮਨ ਜ ਕਹਾ ਇਹੋ ਐਸੇ ਆਇਓ। ਉਹ ਜਿਹੜੇ ਮਸਟੰਡੇ ਸਨ ਜਿਨ੍ਹਾਂ ਨੇ ਚਾਟਾ ਛਕਾਇਆ ਸੀ ਸ਼ਹਿਜ਼ਾਦੇ ਨੇ ਕੁੱਟਿਆ ਮਾਰਿਆ ਸੀ ਕਹਿੰਦੇ
ਵੀ ਇੱਥੇ ਕੋਈ ਕੱਪੜੇ ਨਹੀਂ ਪਾ ਕੇ ਤੇ ਇਸੇ ਤਰ੍ਹਾਂ ਨੰਗ ਢੜਾਂਗੀ ਆਇਆ ਸੀ। ਨਹਦ ਕੋਲ ਕੋ ਪਟ ਲਿਆਇਓ। ਕੋਈ ਇਹ ਕੱਪੜੇ ਪਾ ਕੇ ਨਹੀਂ ਆਇਆ ਹੋਇਆ ਇੱਥੇ, ਤੇ ਐਵੇਂ ਬਿਲਕੁਲ ਨੰਗ ਮਲੰਗ ਨੰਗ ਢੜਾਂਗੀ ਆਇਆ ਸੀ। ਤਬ ਮੈਂ ਲਗਨ ਲੀਨ ਨਿਜ ਸਾਥਾ। ਤਦੋਂ ਮੈਂ ਭਾਈ ਬਾਲੇ ਨੇ ਸਤਿਗੁਰ ਜੀ ਸ਼ਹਿਜ਼ਾਦੇ ਨੂੰ ਆਪਣੇ ਨਾਲ ਲੈਣਾ ਕੀਤਾ। ਆਇਓ ਜਹ ਠਾਂਡੇ ਜਗਨਾਥਾ। ਜਿੱਥੇ ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਵਿਰਾਜਮਾਨ ਸਨ ਸੱਜਣ ਠੱਗ ਕੋਲ, ਉੱਥੇ ਮੈਂ ਵੀ ਆ ਗਿਆ ਲੈ ਕੇ। ਦੋਹਰਾ ਗੁਰ ਬੂਝਿਓ ਕਿਉ ਨਗਨ ਪਾ। ਗੁਰੂ ਸਾਹਿਬ ਜੀ ਨੇ ਪੁੱਛਿਆ ਵੀ ਕਿਉਂ ਤੂੰ ਵੀ ਨੰਗਾ ਹੋਇਆ ਪਿਆ ਹੈ। ਕਿਨਹ ਉਤਾਰੇ ਚੀਰਾ। ਸ਼ਹਿਜ਼ਾਦੇ ਤੇਰੇ ਕਿੰਨੇ ਕੱਪੜੇ ਉਤਾਰੇ ਐ, ਤੂੰ ਤੇ ਬੜੀ ਸੋਹਣੀ ਪੱਗ ਦੇ ਕੱਪੜੇ ਪਾਏ ਹੋਏ ਸੀ, ਪੱਗ ਬੰਨੀ ਹੋਈ ਸੀ, ਉਹ ਤੇਰੀ ਪੱਗ ਦੇ ਕੱਪੜੇ ਕਿੰਨੇ ਉਤਾਰੇ ਲਾਹੇ ਐ। ਸੁਨ ਕੈ ਸਹਜਾਦਾ ਕਹਤ। ਸੁਣ ਕੇ ਸਹਿਜ਼ਾਦਾ ਕਹਿਣ ਲੱਗਾ, ਸੁਨਹੁ ਹਰਨ ਪਰ ਪੀਰਾ। ਇਹ ਮਹਾਰਾਜ ਸਾਡੇ ਵਰਗੇ ਪਰਾਇਆਂ ਦੂਸਰਿਆਂ ਦੀ ਪੀੜ ਨੂੰ ਨਾਸ ਕਰਨ ਵਾਲੇ ਗੁਰੂ ਸਾਹਿਬ ਜੀ ਸੁਣ ਲਓ ਮੇਰੇ ਤੋਂ ਖਰੀਆਂ ਖਰੀਆਂ। ਚੌਪਈ ਇਹ ਤੋ ਭਲੋ ਬੈਸਨੋ ਬੈਸਾ। ਇਹ ਹੱਥ ਕਰਕੇ ਸਿੱਧਾ ਕਿਹਾ, ਮਹਾਰਾਜ ਆ ਜਿਹੜਾ ਚੰਗਾ ਹੀ ਭਗਤ ਬਣੀ ਬੈਠਾ ਨਾ ਤੁਹਾਡੇ ਕੋਲ, ਪੰਚਕ ਅਗੀ ਨਾ ਕੋਈ ਸਜਾਸਾ। ਜੇ ਤੁਸੀਂ ਮੇਰੇ ਤੋਂ ਪੁੱਛੋ ਨਾ ਦੁਨੀਆ ਵਿੱਚ ਇਹਦੇ ਵਰਗਾ ਠੱਗ ਵੱਡਾ ਕੋਈ ਨਹੀਂ ਹੈ, ਇਹਦੇ ਵਰਗਾ ਪਾਪੀ ਕੋਈ ਨਹੀਂ ਵਸਦਾ। ਮੋਕੋ ਅੰਤਰ ਲੈ ਕਰ ਧਾਮਾ। ਗੁਰੂ ਸਾਹਿਬ ਜੀ ਅਖਾਉਣ ਦੇ ਬਹਾਨੇ ਨਾਲ ਮੈਨੂੰ ਅੰਦਰ ਲੈ ਕੇ ਘਰ ਦੇ ਵਿੱਚ ਮੁਸਕਾ ਬਾਂਧ ਲੀਨ ਸੰਗ ਦਾਮਾ। ਮੈਨੂੰ ਕਹਿੰਦੇ ਤੈਨੂੰ ਚੰਗਾ ਹੀ ਖਵਾਉਣੇ, ਖਵਾਉਣਾ ਦੇ ਕੀ ਸੀ, ਰੱਸੀ ਨਾਲ ਮੇਰੀਆਂ ਮੁਸਕਾਂ ਬਾਹਾਂ ਬੰਨ ਲਈਆਂ। ਚੀਰਾ ਉਤਾਰ ਸਾਸਨਾ ਦੇਨੀ। ਮਹਾਰਾਜ ਮੇਰੇ ਕੱਪੜੇ ਉਤਾਰ ਕੇ ਮੈਨੂੰ ਬੜਾ ਕੁੱਟਿਆ ਮਾਰਿਆ, ਬੜੀ ਸਜ਼ਾ ਦਿੱਤੀ ਹੈ। ਐਸੋ ਤੀਬਰ ਪਾਪ ਐਸੋ ਤੀਬਰ ਪਾਪ ਮਤ ਭੀਨੀ। ਇਹ ਮਾਰੇ ਇਹਨਾਂ ਦੀ ਤੇ ਐਸਿਆਂ ਪਾਪੀਆਂ ਦੀ ਜਿਹੜੀ ਬੁੱਧੀ ਮੱਤ ਹੈ ਨਾ, ਬਹੁਤ ਐਵੇਂ ਭਿੱਜੀ ਹੋਈ ਹੈ ਪਾਪਾਂ ਵਿੱਚ ਹੀ। ਜਿਉ ਜਿਉ ਕਹਿਤ ਬਚਨ ਟਿਕ ਸੋਏ। ਜਿਉਂ ਜਿਉਂ ਹੀ ਕੋਲ ਹੋ ਕੇ ਸ਼ਹਿਜ਼ਾਦਾ ਵਚਨ ਕਹਿੰਦਾ ਹੈ, ਤਿਉ ਤਿਉ ਸੱਜਣ ਲੱਜਤ ਹੋਏ। ਤਿਉਂ ਤੇ ਸੱਜਣ ਦਾ ਪਰਦਾ ਫਾਸ ਹੁੰਦਾ ਹੈ ਤੇ ਬੜਾ ਸ਼ਰਮਿੰਦਾ ਹੁੰਦਾ ਹੈ। ਨੀਚ ਗਰੀਬ ਜਿਹ ਬੋਲ ਨਾ ਆਵਾ। ਗਰਦਨ ਠਾਂ ਸੁੱਟੀ ਹੁੰਦੀ ਜਿਵੇਂ ਮਾਂ ਮਰੀ ਹੁੰਦੀ ਹੈ, ਕੋਈ ਬਚਨ ਨਹੀਂ ਆਉਂਦਾ ਮੂੰਹੋਂ ਹੁਣ। ਕੈਸੋ ਦੁਰਾ ਨਾ ਮਿਸ ਕੋ ਪਾਵਾ। ਵੀ ਕਿਸੇ ਤਰ੍ਹਾਂ ਛੁਪ ਛਾਪੀ ਜਾਵਾਂ, ਕੋਈ ਬਹਾਨਾ ਵੀ ਨਹੀਂ ਭੱਜਣ ਦਾ ਪਾਉਂਦਾ। ਲੱਜਤ ਹੋਇਓ ਦੇਖ ਮਹਾਨਾ। ਐਵੇਂ ਸਤਿਗੁਰ ਜੀ ਦੇ ਸਾਹਮਣੇ ਆਪਣੀ ਅਸਲੀਅਤ ਸੁਣ ਕੇ ਬਹੁਤ ਹੀ ਸ਼ਰਮਿੰਦਾ ਹੋਇਆ। ਤਿਹ ਸ਼ਨ ਸ੍ਰੀ ਗੁਰ ਸ਼ਬਦ ਬਖਾਨਾ। ਉਸ ਸਮੇਂ ਸਤਿਗੁਰੂ ਜੀ ਨੇ ਇਹਦੀ ਐਸੀ ਹਾਲਤ ਵੇਖ ਕੇ, ਸ਼ਹਿਜ਼ਾਦੇ ਦੇ ਵਸਤਰ ਉਤਰੇ ਵੇਖ ਕੇ ਵੀ ਬੜੀ ਮਾੜੀ ਕੀਤੀ ਹੈ, ਮਹਾਰਾਜ ਜੀ ਨੇ ਸਿੱਖਿਆ ਦੇਣ ਵਾਸਤੇ ਉਸ ਵੇਲੇ ਸੂਹੀ ਰਾਗ ਦੇ ਵਿੱਚ ਸ਼ਬਦ ਉਚਾਰਨ ਕਰਕੇ ਕਿਹਾ। ਸੋਹੀ ਮਹੱਲਾ ਪਹਿਲਾ ਘਰ ਸੇਵਾ ਇੱਕ ਓੰਕਾਰ ਸਤ ਗੁਰ ਪ੍ਰਸਾਦ ਉਜਲ ਕੇਹਾ ਚਲਕਣਾ। ਕੇਹਾ ਨਹੀਂ ਕਹਿਹਾ, ਇੱਥੇ ਦਨਾਵਾਂ ਲੱਗਣੀ ਹੈ। ਉਜਲ ਕਹਿਹਾ ਚਿਲਕਣਾ। ਸੂਹੀ ਰਾਗ ਹੈ ਮਹੱਲਾ ਪਹਿਲਾ, ਗੁਰੂ ਨਾਨਕ ਸਾਹਿਬ ਜੀ ਦੇ ਸ਼ਬਦ ਛੇਵੇਂ ਘਰ ਸੁਰਤਾਲ ਵਿੱਚ ਗਾਉਣ ਦੀ ਆਗਿਆ ਹੈ। ਮੰਗਲ ਘਰ ਦੇ ਜੋ ਇੱਕ ਅਦੁੱਤੀ ਬ੍ਰਹਮ ਹੈ, ਓੰਕਾਰ ਸਰਬ ਦਾ ਪ੍ਰਕਾਸ਼ਕ ਹੈ, ਸਰਬ ਦਾ ਰੱਖਿਅਕ ਹੈ। ਸਤਿਗੁਰੂ ਦੀ ਕਿਰਪਾ ਕਰਕੇ ਐਸੇ ਵਾਹਿਗੁਰੂ ਇੱਕੋ ਇੱਕ ਦੀ ਪ੍ਰਾਪਤੀ ਹੈ। ਮਹਾਰਾਜ ਕਹਿੰਦੇ ਉਜਲ ਕਹਿਹਾਂ ਚਿਲਕਣਾ, ਵੀ ਜਿਹੜਾ ਕਾਂਸੀ ਦਾ ਭਾਂਡਾ ਹੁੰਦਾ ਹੈ ਉਹ ਬੜਾ ਉੱਜਲ ਚਿੱਟਾ ਤੇ ਬੜਾ ਲਿਸ਼ਕਦਾ ਹੁੰਦਾ ਹੈ। ਘੋਟ ਮਾ ਕਾਲੜੀ ਮਾਸ। ਪਰ ਜਦੋਂ ਘੋਟਿਆ ਜਾਂਦਾ ਹੈ, ਉਹ ਘੋਟਿਆਂ ਉਹਨੂੰ ਘਸਾਇਆ ਬਹੁਤ, ਉਸ ਵੇਲੇ ਕਹਿੰਦੇ ਕਾਲੀ ਸ਼ਾਹੀ ਨਿਕਲਦੀ ਉਹਦੇ ਵਿੱਚੋਂ, ਕਾਲਖ ਨਿਕਲਦੀ ਹੈ। ਕਿਉਂਕਿ ਜਿਹੜਾ ਧਰਮ ਸ਼ਾਸਤਰ ਮੁਤਾਬਕ ਜਿਹੜੇ ਕਰਮ ਕਾਂਢੀ ਹੈ
ਉਹ ਕਹਿਣ ਦੇ ਭਾਂਡੇ ਨੂੰ ਧਰਮ ਸ਼ਾਸਤਰਾਂ ਨੇ ਅਪਵਿੱਤਰ ਮੰਨਿਆ ਹੈ। ਕਰਮ ਕਾਂਡੀ ਇਹਨੂੰ ਅਪਵਿੱਤਰ ਜਾਣ ਕੇ ਵਰਤਦੇ ਨਹੀਂ ਇਹ ਕਹਿਣ ਦੇ ਭਾਂਡੇ ਨੂੰ, ਕਿਉਂਕਿ ਇਹਨੂੰ ਜਿਉਂ-ਜਿਉਂ ਘਸਾਈਏ ਧੋਣ ਲੱਗਿਆਂ ਅਤੇ ਉਵੇਂ ਇਹਦੇ 'ਚੋਂ ਕਾਲਖ ਨਿਕਲਦੀ ਹੈ। ਅਤੇ ਉਹ ਕਹਿਣ ਦੇ ਭਾਂਡੇ ਦਾ ਦ੍ਰਿਸ਼ਟਾਂਤ ਦੇ ਕੇ ਮਹਾਰਾਜ ਕਹਿੰਦੇ ਵੀ ਜਿਹੜਾ ਕਹਿਹਾਂ ਕਹੀਏ ਕਾਂਸੀ ਦਾ ਹੁੰਦਾ ਨਾ ਭਾਂਡਾ, ਉਹ ਬੜਾ ਉੱਜਲ ਚਿੱਟਾ ਅਤੇ ਚਿਲਕਣਾ ਕਈ ਲਿਸ਼ਕਦਾ ਹੁੰਦਾ ਹੈ। ਘੋਟਮ ਜਦੋਂ ਉਹਨੂੰ ਘੋਟਿਆ ਜਾਂਦਾ ਹੈ, ਧੋਤਿਆਂ ਘਸਾਇਆ ਜਾਂਦਾ ਅਤੇ ਬੜੀ ਕਾਲਖ ਉਹਦੇ ਵਿੱਚੋਂ ਨਿਕਲਦੀ ਹੈ। ਧੋਤਿਆ ਜੂਠ ਨਾ ਉਤਰਾ, ਧੋਤਿਆਂ ਉਸ ਭਾਂਡੇ ਕਹਿੰਦੇ ਨੂੰ ਜਿਹੜੇ ਹੈ ਉਹਦੀ ਕਾਲਖਤਾ ਰੂਪੀ ਝੂਠ ਨਹੀਂ ਉਤਰਦੀ। ਜੇ ਸੋ ਧੋਵਾ ਤਿਸ, ਜੇ ਉਸ ਭਾਂਡੇ ਨੂੰ ਕਾਂਸੀ ਦੇ ਭਾਂਡੇ ਨੂੰ ਸੈਂਕੜੇ ਵਾਰ ਵੀ ਧੋਈਏ ਉਹਦੀ ਝੂਠ ਨਹੀਂ ਉਤਰਦੀ ਹੈ। ਇਸੇ ਤਰ੍ਹਾਂ ਮਹਾਰਾਜ ਕਹਿੰਦੇ ਆ ਜਿਹੜਾ ਬਣਿਆ ਬੈਠਾ ਹੈ ਨਾ, ਸੱਜਣ ਬਣਿਆ ਫਿਰਦਾ ਹੈ ਅਤੇ ਗਿੱਟਿਆਂ ਤੱਕ ਚੋਲਾ ਪਾਇਆ, 12 ਤਿਲਕ ਲਾਏ ਅਤੇ ਵੈਸ਼ਨੂੰ ਬਣਿਆ ਮਾਲਾ ਪਾ ਕੇ ਪਗੜੀ ਬੰਨ੍ਹ ਕੇ। ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਕਾਂਸੀ ਦੇ ਭਾਂਡੇ ਵਾਂਗ ਇਹ ਸੱਜਣ ਠੱਗ ਤੂੰ ਵੀ ਬੜਾ ਜਿਹੜਾ ਚਿੱਟੇ ਵਸਤਰ ਪਾ ਕੇ ਉੱਜਲ ਲੱਗ ਰਿਹਾ ਹੈ, ਚਿਲਕਣਾ ਲਿਸ਼ਕਣਾ ਕਰ ਰਿਹਾ ਹੈ, ਪਰ ਜਦੋਂ ਆ ਟਿੱਕੇ ਵਗੈਰਾ ਤੂੰ ਲਾਏ ਹੋਏ ਹੈ, ਚੰਗੇ ਲਿਬਾਸ ਧਾਰਨ ਕੀਤਾ ਹੋਇਆ ਹੈ, ਜੇਕਰ ਤੇਰੇ ਕਰਤੱਬਾਂ ਨੂੰ ਵਿਚਾਰ ਅਸੀਂ ਘੋਟੀਏ ਨਾ, ਵਿਚਾਰੀਏ ਅਤੇ ਪਾਪਾਂ ਰੂਪੀ ਠੱਗਾਂ ਰੂਪੀ ਜਿਹੜੀ ਕਾਲਖ ਹੈ ਤੇਰੇ ਅੰਦਰ ਬਹੁਤ ਲੱਗੀ ਹੋਈ ਹੈ। ਅਤੇ ਜੇ ਇਹਨੂੰ ਧੋਤਿਆਂ ਜੂਠ ਨਾ ਉਤਰੇ, ਜੇ ਤੀਰਥਾਂ ਉੱਪਰ ਇਹਨੂੰ ਧੋਈਏ ਨਾ ਤੇਰੇ ਸਰੀਰ ਨੂੰ, ਅਤੇ ਧੋਤਿਆਂ ਤੇਰੇ ਸਰੀਰ ਨੂੰ ਪਾਪਾਂ ਰੂਪੀ ਠੱਗਾਂ ਰੂਪੀ ਝੂਠ ਉਤਰ ਨਹੀਂ ਸਕਦੀ। ਜੇ ਸੌ ਧੋਵਾ ਤਿਸ, ਜੇ ਸੈਂਕੜੇ ਤੀਰਥ ਵਾਲੇ ਸੈਂਕੜੇ ਵਾਰ ਜਾ ਧੋਈਏ, ਕਿਉਂਦੇ ਐਵੇਂ ਹੈ ਹਿਰਦੇ ਕਪਟ ਮੁੱਖ ਗਿਆਨੀ, ਝੂਠੇ ਕਹਾ ਵਿਲੋਸ ਪਾਨੀ, ਕਾਇਆ ਮਾਂਜਸ ਕੌਣ ਗੁਨਾ ਚਉ ਘਟ ਭੀਤਰ ਹੈ ਮਲਣਾ, ਲੌਕੀ 68 ਤੀਰਥ ਨਹਾਈ ਕਊਰਾ ਪੰਤਉ ਨਾ ਜਾਈ। ਆ ਤੇਰੇ ਕਈ ਇਸ਼ਨਾਨ ਕਰਾਏ ਜਾਂ ਤੇਰੇ ਅੰਦਰ ਠੱਗੀਆਂ ਰੂਪੀ ਪਾਪਾਂ ਰੂਪੀ ਕੜੱਤਣ ਜਾ ਨਹੀਂ ਸਕਦੀ ਮੈਲ। ਸੱਜਣ ਸੇਈ ਨਾਲ ਤੂੰ ਤੇ ਐਵੇਂ ਆਪਣਾ ਨਾਮ ਸੱਜਣ ਵਿਅਰਥੀ ਰਖਾ ਲਿਆ। ਅਸੀਂ ਦੱਸਦੇ ਹਾਂ ਵੀ ਸੱਜਣ ਸਾਡੇ ਤੇ ਉਹ ਹੈ ਜਿਹੜੇ ਹਮੇਸ਼ਾ ਹੀ ਨਾਲ ਚੱਲਦਿਆ ਨਾਲ ਚਲਾਨਾ, ਜਿਹੜੇ ਪਰਲੋਕ ਵਿੱਚ ਚੱਲਣ ਵੇਲੇ ਨਾਲ ਹੀ ਚੱਲਣ, ਉਹ ਅਸਲੀ ਸੱਜਣ ਹੁੰਦੇ ਹੈ। ਅਤੇ ਵੀ ਉਹ ਕਿਹੜੇ ਸੱਜਣ ਹੈ? ਗੁਰੂ ਸਾਹਿਬ ਕਹਿੰਦੇ ਸ਼ੁਭ ਕਰਮ ਸੱਜਣ ਹੈ ਅਸਲੀ, ਜਿਹੜੇ ਪਰਲੋਕ ਵਿੱਚ ਜੀਵ ਦੀ ਸਹਾਇਤਾ ਕਰਨ ਲਈ ਚੱਲਦੇ ਹੈ। ਜਿੱਥਾ ਲੇਖਾ ਮੰਗਿਆ, ਵੀ ਜਿੱਥੇ ਇਸ ਜੀਵ ਆਤਮਾ ਪਾਸੋਂ ਲੇਖਾ ਮੰਗਿਆ ਜਾਂਦਾ ਹੈ, ਤਿੱਥਾ ਖੜੇ ਦਿਸਾਨਾ, ਉੱਥੇ ਸ਼ੁਭ ਕਰਮਾਂ ਰੂਪੀ ਸੱਜਣ ਜਿਹੜੇ ਹੈ ਨਾ ਉਹ ਨਾਲ ਖੜੇ ਦਿਸਦੇ ਆ। ਸੁਚੇਤ ਹੋਏ, ਸਾਵਧਾਨ ਹੋਏ, ਉਹ ਜੀਵ ਦੇ ਕੀਤੇ ਹੋਏ ਸ਼ੁਭ ਕਰਮ ਹੀ ਸਹਾਇਤਾ ਕਰਦੇ। ਉੱਥੇ ਪੁੰਨ ਦਾਨ ਕੀਤੇ ਹੋਏ, ਇਵੇਂ ਹਰ ਇੱਕ ਦੇ ਨਾਲ ਮੇਲ ਮਿਲਾਪ ਕੀਤੇ ਹੋਏ, ਸਭ ਦਾ ਭਲਾ ਕੀਤੇ ਹੋਏ ਜਿਹੜੇ ਪੁੰਨ ਕਰਮ ਕੀਤੇ ਹੈ ਨਾ, ਇਹੀ ਉੱਥੇ ਜਾ ਕੇ ਅਤੇ ਇਹ ਸੱਜਣ ਹੁੰਦੇ ਸ਼ੁਭ ਕਰਮ, ਅਤੇ ਇਹੀ ਉੱਥੇ ਖੜੇ ਦਿਸਦੇ ਆ ਨਾਲ ਜਿੱਥੇ ਲੇਖਾ ਜੀ ਕੋ ਮੰਗਿਆ ਜਾਂਦਾ। ਅਮਲ ਜੇ ਕੀਤਿਆਂ ਦੁਨੀ ਵਿੱਚ ਸੇ ਦਰਗਹਿ ਉਹ ਗਾਹਾਂ, ਮੇਲੇ ਜਿੱਥੇ ਲੇਖਾ ਮੰਗੀਆ ਤਿੱਥੇ ਖੜੇ ਦਿਸਨ। ਮਹਾਰਾਜ ਕਹਿੰਦੇ ਅਸਲੀ ਸੱਜਣ ਤੇ ਸਾਡੇ ਉਹ ਹੈ ਜਿਹੜੇ ਨਾਲ ਪਰਲੋਕ ਵਿੱਚ ਚੱਲਦੇ ਆ, ਨਾਲ ਚੱਲਦੇ ਆ। ਅਤੇ ਜਿੱਥੇ ਇਸ ਜੀਵਾਤਮਾ ਕੋਲ ਲੇਖਾ ਮੰਗਿਆ ਜਾਂਦਾ ਅਤੇ ਉੱਥੇ ਉਹ ਸ਼ੁਭ ਕਰਮਾਂ ਰੂਪੀ ਜਿਹੜੇ ਸੱਜਣ ਖੜੇ ਦਿਸਦੇ, ਸਾਵਧਾਨ ਹੋਏ ਖੜੇ ਦਿਸਦੇ ਹੈ। ਰਹਾਉ ਕੋਠੇ ਮੰਡਪ ਮਾੜੀਆ, ਕੋਠੇ ਜਿਹੜੇ ਕੱਚੇ ਕੋਠੇ ਹੈ ਅਤੇ ਮੰਡਪ ਜਿਹੜੇ ਹਵੇਲੀਆਂ ਹਨ, ਮਾੜੀਆਂ ਹਨ ਜੋ ਬਾਸਾ ਚਿਤ ਵਿਆਹਾ, ਮੰਡਪ ਜਿਹੜੀਆਂ ਸਭਾਵਾਂ ਜਿੱਥੇ ਲੱਗਦੀਆਂ ਅਤੇ ਮਾੜੀਆਂ ਹਵੇਲੀਆਂ ਪਾਸੋਂ ਚਿਤਵੀਆਹਾ। ਆ ਬਾਹਰੋਂ ਆਸੇ ਪਾਸਿਓਂ ਦੇ ਖੂਬ ਜਿਹੜੀਆਂ ਚਿੱਤਰਕਾਰੀਆਂ ਹੋਈਆਂ ਹੁੰਦੀਆਂ ਹਨ। ਢੱਠੀਆ ਕੰਮ ਨਾ ਆਵਨੀ, ਪਰ ਉਹ ਢੱਠੀਆਂ ਹੋਈਆਂ ਕਿਸੇ ਕੰਮ ਨਹੀਂ ਆਉਂਦੀਆਂ। ਕੋਠੇ ਮੰਡਪ ਮਾੜੀਆਂ ਵਿੱਚ ਸਖਣੀਆ, ਜੇ ਉਹ ਵਿੱਚੋਂ
ਸਖਣੀਆਂ ਖਾਲੀ ਹੀ ਹਨ ਤੇ ਉਹ ਕਿਸੇ ਕੰਮ ਨਹੀਂ ਆਉਂਦੀਆਂ, ਮੈਂ ਮਾੜੀਆਂ। ਭਾਵ ਜਿਹੜੀਆਂ ਕੋਠੇ ਕੱਚਿਆਂ ਵਿੱਚ, ਮੰਡਪਾਂ ਸਭਾਵਾਂ ਵਿੱਚ, ਇਸੇ ਤਰ੍ਹਾਂ ਮਾੜੀਆਂ ਹਵੇਲੀਆਂ ਵਿੱਚ ਬਾਹਰੋਂ ਬੜੀਆਂ ਚਿੱਤਰਕਾਰੀ ਕੀਤੀਆਂ ਹੋਈਆਂ ਤੇ ਉਹ ਵਿੱਚੋਂ ਸਖਣੀਆਂ, ਭਾਵ ਉਹਦੇ ਵਿੱਚ ਕੋਈ ਵਸਦਾ ਨਹੀਂ ਹੈ ਤੇ ਉਹ ਢੱਠੀਆਂ ਵੀ ਕਿਸੇ ਕੰਮ ਨਹੀਂ ਆਉਂਦੀਆਂ। ਇਸੇ ਤਰ੍ਹਾਂ ਹੀ ਵੀ ਵਿੱਚੋਂ ਸਖਣੀਆਂ ਹਾਂ, ਵਿੱਚੋਂ ਸੰਤ ਮਹਾਤਮਾ ਨਹੀਂ ਰਹਿੰਦੇ, ਉਹ ਰੱਬ ਦੇ ਪਿਆਰੇ ਨਹੀਂ ਵਸਦੇ ਤੇ ਉਹਨਾਂ ਤੋਂ ਬਿਨਾਂ ਇਹ ਕਾਹਦੀਆਂ ਮੈਲ ਮਾੜੀਆਂ, ਸਭ ਕਿਸੇ ਕੰਮ ਨਹੀਂ ਹੈ। ਇਸੇ ਤਰ੍ਹਾਂ ਹੀ ਫਰਮਾਉਂਦੇ ਹਨ, ਤੂੰ ਬੜਾ ਕੋਠੇ ਮੰਡਪ ਮਾੜੀਆ। ਕੋਠਿਆਂ ਵਾਂਗ ਜਿਹੜੇ ਅਗਿਆਨੀ ਪੁਰਸ਼ ਹੈ ਉਹਨਾਂ ਦੀਆਂ ਦੇਹਾਂ, ਮੰਡਪ ਜਿਹੜੇ ਸਭਾਵਾਂ ਵਾਂਗ ਜਿਹੜੇ ਹੈ ਪਖੰਡੀ ਆਦਮੀ, ਇਸੇ ਤਰ੍ਹਾਂ ਮਾੜੀਆਂ ਦੇ ਨਿਆਈ ਜਿਹੜੇ ਪਾਪੀ ਲੋਕ ਹਨ। ਬਾਸਾ ਚਿਤ ਵਿਆਹਾ। ਤੇ ਬਾਹਰੋਂ ਭਾਵੇਂ ਉਹ ਦਵਾਰਕਾ ਤੇ 12 ਤਿਲਕਾਂ ਨਾਲ ਚਿੱਤਰੇ ਹੋਏ ਹੈ, ਭਾਵ ਬੜੇ ਭੇਖ ਕੀਤੇ, ਚਿੱਟੇ ਚੋਲੇ ਪਾਏ ਹੈ, ਗਲ 'ਚ ਮਾਲਾ, 12 ਤਿਲਕ ਲਾਏ ਹੋਏ ਹੈ, ਇਵੇਂ ਬਾਹਰੋਂ ਬੜੇ ਚਿੱਤਰੇ ਹੋਏ ਹਨ। ਢੱਠੀਆ ਕੰਮ ਨਾ ਆਵਨੇ। ਉਹਨਾਂ ਦੀਆਂ ਦੇਹਾਂ ਜਦੋਂ ਢੱਠ ਗਈਆਂ, ਨਾਸ ਹੋ ਗਈਆਂ, ਕਿਸੇ ਕੰਮ ਨਹੀਂ ਆਉਣਗੀਆਂ। ਵਿੱਚ ਹੋ ਸਖਣੀਆਂ। ਜਿਹੜੀਆਂ ਦੇਹਾਂ ਵਿੱਚੋਂ ਸਖਣੀਆਂ, ਪਰਮੇਸ਼ਰ ਦਾ ਨਾਮ ਨਹੀਂ ਕਿਤੇ ਜਪਦੀਆਂ, ਕਿਤੇ ਨਾਮ ਨਹੀਂ ਜਪਦੀਆਂ, ਸਾਧ ਸੰਗਤ ਨਹੀਂ ਕਰਦੀਆਂ ਤੇ ਨਾਮ ਤੋਂ ਬਿਨਾਂ, ਸ਼ੁਭ ਗੁਣਾਂ ਤੋਂ ਬਿਨਾਂ ਸਖਣੀਆਂ ਹੀ ਹੈ। ਤੇ ਉਹ ਕਾਹਦੀਆਂ ਦੇਹਾਂ ਹੈ? ਉਹ ਤੇ ਕੱਚੇ ਕੋਠੇ ਵਰਗੀਆਂ ਹੀ ਹੈ। ਐਵੇਂ ਉਹ ਖਾਲੀ ਜਿਹੜੀਆਂ ਮਾੜੀਆਂ ਹਵੇਲੀਆਂ ਵਰਗੀਆਂ ਹੈ, ਇਸੇ ਤਰ੍ਹਾਂ ਉਹ ਗਿਆਨੀ ਪੁਰਸ਼ਾਂ ਦੀਆਂ ਕੱਚੇ ਕੋਠੇ ਵਰਗੀਆਂ ਦੇਹਾਂ ਹਨ। ਤੇ ਜਿਹੜੇ ਮੰਡਪਾਂ ਸਭਾਵਾਂ ਵਰਗੀਆਂ ਉਹਨਾਂ ਪਖੰਡੀ ਆਦਮੀਆਂ ਦੀਆਂ ਦੇਹਾਂ ਹਨ। ਪਾਪੀਆਂ ਆਦਮੀਆਂ ਦੀਆਂ ਦੇਹਾਂ ਹਵੇਲੀਆਂ ਸਖਣੀਆਂ ਵਰਗੀਆਂ ਹਨ, ਜਿਹੜੀਆਂ ਨਾਮ ਤੋਂ ਸਖਣੀਆਂ, ਨਾਮ ਨਹੀਂ ਜਪਦੀਆਂ ਦੇਹਾਂ। ਉਹ ਕਾਹਦੀਆਂ ਦੇਹਾਂ ਹੈ? ਗੁਰੂ ਅਰਜਨ ਸਾਹਿਬ ਮਹਾਰਾਜ ਫਰਮਾਉਂਦੇ ਹੈ ਨਾ ਕਿ ਜਿੱਥੇ ਨਾਮ ਜਪੀਏ ਪ੍ਰਭ ਪਿਆਰੇ, ਸੇ ਆਸਲ ਸੋਇਨ ਚੌ ਬਾਰੇ। ਜਿੱਥੇ ਨਾਮ ਨਾ ਜਪੀਏ ਮੇਰੇ ਗੋਇੰਦਾ, ਸਹੀ ਨਗਰ ਉਜਾੜੇ ਜੀਓ। ਵੀ ਉਹਦੇ ਨਗਰ ਹੀ ਉੱਜੜ ਜਾਣ ਜਿੱਥੇ ਪਰਮੇਸ਼ਰ ਤੇਰਾ ਨਾਮ ਨਹੀਂ ਜਪਿਆ ਜਾਂਦਾ। ਉਹ ਬਾਹਰੀ ਨਗਰ ਵੀ ਤੇ ਸਰੀਰ ਰੂਪੀ ਨਗਰ ਵੀ ਉੱਜੜ ਹੀ ਜਾਣ। ਉਹ ਕਿਸ ਕੰਮ ਹੈ ਜਿੱਥੇ ਨਾਮ ਹੀ ਨਹੀਂ ਹੈਗਾ ਹੈ। ਇਵੇਂ ਮਹਾਰਾਜ ਕਹਿੰਦੇ ਢੱਠੀਆਂ ਹੋਈਆਂ ਉਹ ਦੇਹਾਂ ਕੰਮ ਨਹੀਂ ਆਉਂਦੀਆਂ। ਇਸੇ ਪ੍ਰਕਾਰ ਹੀ ਕੋਠੇ ਮੰਡਪ ਮਾੜੀਆ। ਕੋਠੇ ਕਹੀਏ ਜਿਹੜੇ ਕੱਚੇ ਕੋਠਿਆਂ ਵਰਗੇ ਮਧਰੇ ਪੁਰਸ਼ ਹਨ। ਮੰਡਪ ਜਿਹੜੇ ਸਭਾਵਾਂ ਵਰਗੇ ਚੌੜੇ ਪੁਰਸ਼, ਚੌੜੀਆਂ ਛਾਤੀਆਂ ਵਾਲੇ। ਮਾੜੀਆਂ ਹਵੇਲੀਆਂ ਵਾਂਗ ਜਿਹੜੇ ਲੰਬੇ ਲੰਬੇ ਪੁਰਸ਼ ਹਨ। ਚਿਤ ਵਿਆਹਾ। ਬਾਹਰ ਦੇ ਬੜੇ ਤਿਲਕਾਂ ਨਾਲ, ਭੇਖਾਂ ਨਾਲ, ਐਵੇਂ ਉਹ ਚਿਤਵੀਆਂ ਚਿੱਤਰੇ ਹੋਏ ਆ, ਇਹੋ ਜਿਹੇ ਭੇਖ ਕਰਕੇ, ਤਿਲਕ ਲਾ ਕੇ। ਢੱਠੀਆ ਕੰਮ ਨਾ ਆਵਨੇ। ਪਰ ਉਹਨਾਂ ਮਧਰੇ ਚੌੜੇ ਲੰਮੇ ਪੁਰਸ਼ਾਂ ਦੀਆਂ ਦੇਹਾਂ ਜਦੋਂ ਢੱਠ ਜਾਣਗੀਆਂ, ਕਿਸੇ ਕੰਮ ਨਹੀਂ ਆਉਣਗੀਆਂ। ਵਿੱਚ ਹੋ ਸਖਣੀਆਂ। ਵਿੱਚੋਂ ਸਖਣੀਆਂ ਜੇ ਵਿੱਚੋਂ ਨਾਮ ਤੋਂ ਖਾਲੀ ਰਹੀਆਂ ਹਨ। ਉਹ ਮਰੀਆਂ ਦੇਹਾਂ ਕਿਸੇ ਕੰਮ ਨਹੀਂ ਆਉਣਗੀਆਂ। ਇਸੇ ਤਰ੍ਹਾਂ ਢੱਠੀਆਂ ਹੋਈਆਂ ਕੰਮ ਨਹੀਂ ਆਉਣਗੀਆਂ। ਭਾਵ ਉਹ ਜਿੰਦੀਆਂ ਦੇਹਾਂ ਕੰਮ ਨਹੀਂ ਆਉਣਗੀਆਂ ਜਦੋਂ ਢੱਠ ਗਈਆਂ। ਜਿਹੜੀਆਂ ਵਿੱਚੋਂ ਸਖਣੀਆਂ, ਨਾਮ ਨਹੀਂ ਜਪਦੀਆਂ, ਭਾਵੇਂ ਚੌੜੇ ਹੈ, ਭਾਵੇਂ ਮਧਰੇ ਹੈ, ਜਵਾਨ ਹੈ, ਉਹ ਕਿਸ ਕੰਮ ਹੈ ਜਿਹੜੀਆਂ ਦੇਹਾਂ ਨਾਮ ਨਹੀਂ ਜਪਦੀਆਂ। ਸੱਜਣਾ ਬੱਗਾ ਬੱਗੇ ਕੱਪੜੇ। ਬੱਗਾ ਬੱਗੇ ਕੱਪੜੇ ਕਹਿੰਦੇ ਐ ਸੱਜਣ ਠੱਗ। ਅੱਜ ਜਿਵੇਂ ਬੰਗਲਾ ਹੁੰਦਾ ਤੇ ਉਹਦੇ ਬੱਗੇ ਕੱਪੜੇ ਕਹੀਏ ਚਿੱਟੇ ਹੀ ਉਹਦੇ ਖੰਭ ਹੁੰਦੇ ਐ। ਤੀਰਥ ਮੰਜ ਵਸਾਨਾ। ਤੇ ਉਹ ਚਿੱਟੇ ਬੰਗਲੇ ਤੀਰਥਾਂ ਵਿੱਚ ਵਸਦੇ ਹੁੰਦੇ, ਉੱਥੇ ਰਹਿੰਦੇ ਆ, ਉਹ ਵੀ ਤੁਰੇ ਫਿਰਦੇ ਐ। ਘੁੱਟ ਘੁੱਟ ਜੀਆ ਖਾਵਣੇ। ਘੁੱਟ ਘੁੱਟ ਜੀਆ ਖਾਵਣੇ, ਘੁੱਟ ਘੁੱਟ ਕੇ ਜੀਆਂ ਨੂੰ, ਆ ਡੱਡੀਆਂ ਦੇ ਮੱਛੀਆਂ ਨੂੰ ਖਾਂਦੇ ਐ, ਦਬੋਚ ਕੇ। ਬੱਗੇ ਨਾ ਕਹੀਨ। ਬੱਗੇ ਨਾ ਕਹੀਨ, ਉਹ ਹੰਸ ਤੇ ਨਹੀਂ ਕਹੇ ਜਾ ਸਕਦੇ ਨਾ। ਬੰਗਲਿਆਂ ਦੇ ਬੰਗਲੇ ਰਹਿਣਾ ਜਿਹੜੇ
ਸਮਾਧੀ ਲਾ ਲੈਂਦੇ, ਅੱਖਾਂ ਬੰਦ ਕਰ ਲੈਂਦੇ ਆ ਤੇ ਡੱਡੀਆਂ ਖਾਂਦੇ ਆ, ਮੱਛੀਆਂ ਖਾਂਦੇ, ਉਹਨਾਂ ਨੂੰ ਹੰਸ ਨਹੀਂ ਕਿਹਾ ਜਾ ਸਕਦਾ। ਇਸੇ ਤਰ੍ਹਾਂ ਸੱਜਣ ਠੱਗ ਜਿਹੜਾ ਵੀ ਬਾਹਰੋਂ ਤੇ ਤੂੰ ਹੀ ਬੜੇ ਚੰਗੇ ਕਰਮ ਕਰਦਾ, ਨਿਗਾਹ ਉਹਨੇ ਚੋਲਾ ਪਾਇਆ ਹੈ, 12 ਤਿਲਕ ਲਾਏ ਹੈ, ਉਹ ਨਜ਼ਰੀ ਹੀ ਉਹਨਾਂ ਮਸੀਤ ਬਣਵਾਈ ਹੈ, ਧਰਮ ਦੀ ਜਗ੍ਹਾ ਠਾਕੁਰ ਦੁਆਰਾ ਤੂੰ ਬਣਾਇਆ ਹੋਇਆ ਹੈ। ਐਵੇਂ ਚਿੱਟੇ ਜਿਹੜੇ ਕੱਪੜੇ ਪਾਏ ਬੰਗਲਾ ਹੈ ਤੂੰ, ਬੰਗਲਿਆਂ ਵਾਂਗ ਤੇਰੇ ਚਿੱਟੇ ਕੱਪੜੇ ਪਾਏ ਹੋਏ, ਚੋਲਾ ਗਿੱਟੇ ਤੱਕ, ਠਾਕੁਰ ਦਾ ਦੁਆਰਾ ਮਸੀਤ, ਐਵੇਂ ਪਵਿੱਤਰ ਤੀਰਥਾਂ ਵਿੱਚ ਤੂੰ ਵਸਦਾ ਹੈ। ਸਿਮਲ ਰੋਖਸ ਘੁੱਟ ਘੁੱਟ ਜੀਆਂ ਖਾਵਣ, ਘੁੱਟ ਘੁੱਟ ਜੀਆ ਖਾਵਣੇ। ਪਰ ਤੂੰ ਕਰਤੱਵ ਬੜੇ ਭੈੜੇ ਕੰਮ ਕਰਦਾ ਹੈ, ਭੈੜੇ ਕੰਮ ਕਰਦਾ ਹੈ। ਜੀਵਾਂ ਨੂੰ ਘੁੱਟ ਘੁੱਟ ਕੇ, ਗਲੇ ਵੱਢ ਵੱਢ ਕੇ, ਮੁਸ਼ਕਾਂ ਚੜਾ ਚੜਾ ਕੇ, ਬੰਨ ਬੰਨ ਕੇ ਬਾਹਾਂ, ਜੀਵਾਂ ਨੂੰ ਤੂੰ ਖਾਂਦਾ ਲੁੱਟਦਾ ਹੈ, ਲੁੱਟ ਕੇ ਮਾਰ ਦੇਣਾ, ਗਰਦਨਾਂ ਵੱਢ ਦੇਣਾ ਹੈ। ਬੱਗੇ ਨਾ ਕਹੀਆ ਨਾ, ਤੇ ਤੂੰ ਬੱਗੇ ਕਹੀਏ ਜਿਹੜੇ ਹੰਸ ਹੈ, ਹੰਸ ਜਿਹੜੇ ਤਤ ਬੇਤੇ ਬ੍ਰਹਮ ਗਿਆਨੀ ਮਹਾਤਮਾ, ਉਹ ਤਾਂ ਨਹੀਂ ਨਾ ਤੂੰ ਕਿਹਾ ਜਾ ਸਕਦਾ। ਤੂੰ ਹੰਸ ਤਾਂ ਨਹੀਂ ਹੈ, ਤੂੰ ਉਹ ਸੱਚਾ ਸੁੱਚਾ ਤਤ ਬੇਤਾ ਬ੍ਰਹਮ ਗਿਆਨੀ ਤਾਂ ਨਹੀਂ ਨਾ ਹੈਗਾ, ਤੈਨੂੰ ਹੰਸ ਨਹੀਂ ਕਿਹਾ ਜਾ ਸਕਦਾ। ਪਾਪਾਂ ਪਾਪ ਕਰਦਾ, ਠੱਗੀਆਂ ਕਰਦਾ ਠੱਗਾ। ਸਿਮਲ ਰੁੱਖ ਸਰੀਰ ਮੈਂ, ਆ ਜਿਵੇਂ ਸਿਮਲ ਦਾ ਰੁੱਖ, ਸਿਮਲ ਰੁੱਖ ਸਰਾਇਰਾ, ਅਤ ਦੀਰਗਚ ਅਤ ਮੁੱਚ, ਓਏ ਜੇ ਆਵੇ ਆਸ ਕਰ, ਜਾਹੇ ਨਿਰਾਸੇ ਕਿਤ, ਫਲ ਫਿੱਕੇ ਫੁੱਲ ਬਕ ਬਕੇ, ਕੰਮ ਨਾ ਆਵੇ ਪੱਤ। ਵੀ ਜਿਵੇਂ ਸਿਮਲ ਦਾ ਰੁੱਖ ਬੜਾ ਉੱਚਾ ਲੰਮਾ ਮੋਟਾ ਹੁੰਦਾ ਹੈ, ਅਤੇ ਉਹ ਸਿਮਲ ਦੇ ਰੁੱਖ ਦੇ ਸਰੀਰ ਨੂੰ ਵੇਖ ਕੇ ਮੈਂ ਜਨ ਦੇਖ ਭੁਲਾਨਾ। ਮੈਜਨ ਪਾਠ ਪਹਿਲਾਂ ਇਕੱਠਾ ਕਰ ਲੈਣਾ ਕਿ ਮੈਜਨ ਜਿਹੜੇ ਤੋਤੇ ਆ, ਉਹ ਸਿਮਲ ਦੇ ਰੁੱਖ ਵੱਡੇ ਸਾਰਿਆਂ ਨੂੰ ਦੇਖ ਕੇ, ਉਹਦੇ ਫਲ ਵੇਖ ਕੇ ਵੀ ਪਤਾ ਨਹੀਂ ਕੀ ਲੱਗਾ, ਉਹ ਦੇਖ ਕੇ ਭੁੱਲ ਜਾਂਦੇ ਹਨ। ਸੇ ਫਲ ਕੰਮ ਨਾ ਆਵਨੀ, ਜਦੋਂ ਨੱਠੇ ਨੱਠੇ ਆਉਂਦੇ ਤੋਤੇ ਤੇ ਇਹਦੇ ਜਿਹੜੇ ਫਿੱਕੇ ਬਗ ਬਗੇ ਫਲਾਂ ਨੂੰ ਖਾਂਦੇ ਆ, ਮੂੰਹ ਵਿੱਚ ਪਾਉਂਦੇ, ਚੁੰਝ ਆ ਕੇ ਵਸਾਉਂਦੇ ਆ, ਤਾਂ ਉਹ ਫਲ ਟੁੱਕ ਟੁੱਕ ਕੇ ਸੁੱਟੀ ਜਾਂਦੇ, ਉਹ ਕਿਸੇ ਕੰਮ ਨਹੀਂ ਆਉਂਦੇ। ਅਤੇ ਕਈ ਤੋਤਿਆਂ ਦੀ ਵਿੱਚ ਚੁੰਝ ਫਸ ਜਾਂਦੀ ਹੈ, ਤੇ ਗੁਣ ਮੈਂ ਤਨ ਹਨ, ਅਤੇ ਉਹ ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਉਹ ਸਿਮਲ ਰੁੱਖ ਦਾ ਜਿਹੜਾ ਸਰੀਰ, ਉਹਦੇ ਵਿੱਚ ਗੁਣ ਨਹੀਂ ਹੈ ਕੋਈ। ਗੁਣ ਤਾਂ ਉਹਦੇ ਜਿਹੜੇ ਹਨ ਕਹੀਏ ਨਾਸ ਹੋਏ ਪਏ, ਔਗਣ ਹੀ ਔਗਣ ਹੈ, ਉਹਦੇ ਵਿੱਚ ਫਲ ਵੀ ਫਿੱਕੇ, ਫੁੱਲ ਵੀ ਬਕ ਬਕੇ, ਇਹੋ ਜਿਹਾ ਦਾ ਹਾਲ ਹੈ। ਇਸੇ ਪ੍ਰਕਾਰ ਹੀ ਮਹਾਰਾਜ ਫਰਮਾਉਂਦੇ ਹੈ। ਸਿਮਲ ਰੁੱਖ ਸਰੀਰ ਮੈਂ, ਇਹ ਸੱਜਣ ਠੱਗ ਸਿਮਲ ਰੁੱਖ ਦੇ ਵਰਗਾ ਤੇਰਾ ਸਰੀਰ ਹੈ, ਤੂੰ ਹੀ ਜਵਾਨ ਹੈ, ਬੜਾ ਤਗੜਾ ਚੌੜਾ ਮੋਟਾ ਹੈ। ਮੈਂ ਜਨ ਦੇਖ ਭੁਲਾਨਾ, ਦੂਜਾ ਪਾਠ ਹੱਡ ਕਰ ਲੈਣਾ, ਮੈਂ ਜਨ ਦੇਖ ਭੁਲਾਨ। ਸਾਡਾ ਜੋ ਜਨ ਹੈ ਨਾ, ਭਾਵ ਸਹਿਜਾਦਾ, ਸਾਡੇ ਸੇਵਕ ਮਰਦਾਨੀ ਦਾ ਸਪੁੱਤਰ, ਉਹ ਤੇਰੇ ਚੌੜੇ ਤੇ ਲੰਬੇ ਸਰੀਰ ਨੂੰ ਦੇਖ ਕੇ ਭੁੱਲ ਗਿਆ। ਸੇ ਫਲ ਕੰਮ ਨਾ ਆਵਨੀ, ਉਹ ਤੇ ਇੱਥੇ ਫਲ ਖਾਣ ਆਇਆ ਸੀ, ਪ੍ਰਸ਼ਾਦਾ ਛਕਣ ਆਇਆ ਸੀ, ਤੇ ਉਹ ਤੇਰਾ ਭੇਖ ਪਖੰਡੀਆਂ ਵਾਲਾ ਵੇਖਿਆ ਨਹੀਂ, ਤੇ ਉਹ ਦੇਖ ਕੇ ਲੰਮਾ ਚੌੜਾ ਸਰੀਰ ਤੇਰੇ ਬਾਣੇ ਨੂੰ ਤੇ ਤਿਲਕਾਂ ਨੂੰ ਦੇਖ ਕੇ ਭੁੱਲ ਗਿਆ। ਤੇ ਜਦੋਂ ਤੇਰੇ ਕੋਲ ਆਇਆ, ਸੇ ਫਲ ਕੰਮ ਨਾ ਆਵਨੀ, ਤੂੰ ਬੜੇ ਗਿਆਨ ਦੇ ਵਚਨ ਕੀਤੇ, ਭਰਾਓ ਆਓ, ਕਿੱਥੋਂ ਆਇਆ, ਕਿੱਥੇ ਜਾਏਗਾ, ਤੇਰੀ ਸੇਵਾ ਕਰਦੇ ਛਕਾਉਂਦੇ ਤੈਨੂੰ। ਐਵੇਂ ਉਹ ਜਿਹੜੇ ਤੇਰੇ ਗਿਆਨ ਧਨ ਰੂਪੀ ਫਲ ਹੈ ਨਾ, ਬਚਨ ਤੇਰੇ, ਉਹ ਕਿਸੇ ਕੰਮ ਤੇ ਨਹੀਂ ਆਉਣੇ। ਤੇ ਗੁਣ ਮੈਂ ਤਨ ਹਨ, ਕਿਉਂਕਿ ਤੇਰੇ ਜਿਹੜੇ ਸਰੀਰ ਦੇ ਵਿੱਚ ਗੁਣ ਹੈ, ਸ਼ੁਭ ਗੁਣ ਤੇ ਉਹਦੇ ਨਾਸ ਹੀ ਹੋਏ ਪਏ, ਹੈ ਹੀ ਕੋਈ ਗੁਣ ਨਹੀਂ ਹੈ। ਤੇ ਗੁਣ ਮੈਂ ਤਨ ਹਨ, ਤੇਰੇ ਸਰੀਰ ਵਿੱਚੋਂ ਗੁਣ ਤੇ ਹਨ ਕਈ ਨਾਸ ਹੋਏ ਪਏ ਆ, ਔਗਣ ਹੀ ਔਗਣ ਭਰੇ ਹੋਏ ਆ। ਅੰਦਲਾ ਭਾਰ ਉਠਾਇਆ, ਅੱਜ ਜਿਵੇਂ ਕੋਈ ਅੰਨਾ ਹੋਵੇ, ਤੇ ਅੰਨਾ ਜਿਹੜਾ ਉਹਨੇ ਸਿਰ ਤੇ ਭਾਰ ਚੁੱਕਿਆ ਹੋਇਆ ਹੋਵੇ, ਡੂਗਰ ਵਾਟ ਬਹੁਤ, ਤੇ ਜਿਹੜਾ ਡੂਗਰ ਕਹੀਏ ਪਹਾੜ ਦਾ ਰਸਤਾ, ਰਸਤੇ ਵਿੱਚ ਪਹਾੜ ਬਹੁਤ ਹਨ, ਅੰਨੇ ਨੇ ਭਾਰ ਚੁੱਕਿਆ ਹੋਇਆ ਹੈ,
ਤੇ ਰਸਤੇ ਵਿੱਚ ਪਹਾੜ ਬਹੁਤ ਹਨ। ਆਖੀ ਲੋੜੀ ਨਾ ਲਹਾ। ਉਹ ਕੀ ਹੈ ਵੀ ਅੱਖਾਂ ਨੂੰ ਤੇ ਅੰਨਾ ਉਸ ਵੇਲੇ ਚਾਹੁੰਦਾ ਵੀ ਪਹਾੜ ਬੜੇ ਆ ਗਏ, ਮੇਰੀਆਂ ਅੱਖਾਂ ਹੋਣ, ਪਰ ਉਹ ਲੈ ਨਹੀਂ ਸਕਦਾ। ਹਉ ਚੜ ਲੰਗਾ ਕਿਤ। ਵੀ ਉਹ ਫਿਰ ਆਖਦਾ ਵੀ ਮੈਂ ਕਿਵੇਂ ਹੁਣ ਇਹਨਾਂ ਉੱਪਰ ਚੜ ਕੇ ਪਾਰ ਲੰਘਾਂ। ਅੱਖਾਂ ਵਿਚਾਰਾ ਚਾਹੁੰਦਾ, ਅੱਖਾਂ ਲੈ ਨਹੀਂ ਸਕਦਾ। ਫਿਰ ਕਹਿੰਦਾ ਮੈਂ ਵੀ ਕਿਵੇਂ ਪਾਰ ਜਿਹੜਾ ਚੜ ਕੇ ਲੰਘਾਂ। ਇਸੇ ਪ੍ਰਕਾਰ ਅੰਧਲਾ ਭਾਰ ਉਠਾਇਆ। ਇਸੇ ਤਰ੍ਹਾਂ ਹੈ ਸੱਜਣ ਠੱਗ, ਜਿਹੜੇ ਅੰਨੇ ਅਗਿਆਨੀ ਪੁਰਸ਼ ਹੈ ਨਾ, ਉਹਨਾਂ ਨੇ ਪਾਪਾਂ ਰੂਪੀ ਬਹੁਤ ਭਾਰ ਚੁੱਕਿਆ ਹੋਇਆ ਹੈ। ਡੂੰਗਰ ਬਾਟ ਬਹੁਤ। ਅੱਗੇ ਜਮਾਂ ਦੇ ਰਸਤੇ ਵਿੱਚ ਬਹੁਤ ਪਹਾੜੀ ਪਹਾੜ ਹਨ। ਬੜਾ ਵੇੜਾ ਔਖਾ ਆਉਂਦਾ ਹੈ। 10,000 ਯੋਜਨ ਲੰਮੇ ਅਗਨੀ ਕੁੰਡ ਆਉਂਦਾ ਹੈ। ਵੈਤਰਨੀ ਨਦੀ ਆਉਂਦੀ ਹੈ। ਇਹ ਪਹਾੜਾਂ ਰੂਪ ਰਸਤਾ ਆਉਂਦਾ ਅੱਗੇ। ਅੱਖੀ ਲੋੜੀ ਨਾ ਲਹਾ। ਉੱਥੇ ਪੁੰਨ ਰੂਪੀ ਅੱਖਾਂ ਤੇ ਚਾਹੁੰਦੀਆਂ ਹਨ। ਉੱਥੇ ਜੀਵ ਪੁੰਨ ਰੂਪੀ ਅੱਖਾਂ ਚਾਹੁੰਦਾ ਪਰ ਲੈ ਨਹੀਂ ਸਕਦਾ। ਹਉ ਚੜ ਲੰਗਾ ਕਿਤ। ਫਿਰ ਵੀ ਹੰਗਤਾ ਵਾਲਾ ਪੁਰਸ਼ ਸੱਜਣ ਠੱਗਾ, ਤੇਰੇ ਵਰਗਾ ਕਿਵੇਂ ਚੜ ਕੇ ਪਾਰ ਲੰਘਣਾ ਕਰੇ। ਇਸੇ ਪ੍ਰਕਾਰ ਫਿਰ ਪੜ ਅੰਧਲਾ ਭਾਰ ਉਠਾਇਆ। ਇਹ ਅੰਨੇ ਗਿਆਨੀ ਪੁਰਸ਼ ਨੇ ਸਿੱਖੀ ਸੇਵਕ ਰੂਪੀ ਜਿਹੜਾ ਭਾਰ ਚੁੱਕਿਆ ਹੋਇਆ ਹੈ। ਤੇ ਮਹਾਰਾਜ ਕਹਿੰਦੇ ਜਿਹੜਾ ਦੇਹ ਅਭਿਮਾਨ ਨਾ ਵੀ ਮੈਂ ਦੇਹ ਹਾਂ, ਇਹ ਦੇਹ ਅਭਿਮਾਨ ਰੂਪੀ ਭਾਰ ਚੁੱਕਿਆ ਹੋਇਆ ਸੱਜਣ ਠੱਗ ਤੈਨੇ। ਡੂੰਗਰ ਬਾਟ ਬਹੁਤ। ਪਰਮੇਸ਼ਰ ਦੀ ਪ੍ਰਾਪਤੀ ਦੇ ਰਸਤੇ ਵਿੱਚ ਕਾਮ ਆਦਿਕ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪਹਾੜ ਬਹੁਤ ਹਨ। ਆਖੀ ਲੋੜੀ ਨਾ ਲਹਾ। ਇਹ ਜਿਹੜਾ ਜੀਵ ਹੈ ਗਿਆਨ ਵਿਵੇਕ ਵਿਰਾਗ ਰੂਪੀ ਅੱਖਾਂ ਨੂੰ ਤੇ ਪ੍ਰਾਪਤ ਕਰਨੀਆਂ ਚਾਹੁੰਦਾ ਹੈ ਵੀ ਮੈਨੂੰ ਗਿਆਨ ਹੋ ਜਾਏ, ਮੈਨੂੰ ਵਿਰਾਗ ਹੋ ਜਾਏ। ਹਉ ਚੜ ਲੰਗਾ ਕਿਤ। ਪਰ ਇਹ ਹਉ ਕਹੀਏ ਹੰਗਤਾ ਵਾਲਾ ਜਿਹੜਾ ਪੁਰਸ਼ ਜੀਵ ਹੈ, ਉਹ ਜਿਹੜੇ ਕਾਮ ਕ੍ਰੋਧ ਲੋਭ ਮੋਹ ਹੰਕਾਰ ਰੂਪੀ ਪਰਬਤ ਹੈ, ਉਹਨਾਂ ਉੱਪਰ ਦੀ ਚੜ ਕੇ ਵੀ ਕਿਵੇਂ ਪਾਰ ਲੰਘ ਸਕਦਾ। ਇੱਥੋਂ ਲੰਘ ਹੀ ਨਹੀਂ ਸਕਦਾ। ਆਸਾਂ ਦੇਸਾਂ ਦੇ ਜਿਹੜੇ ਪਟ ਉਹ ਪਾਰ ਕਰ ਹੀ ਨਹੀਂ ਸਕਦਾ ਦਰਵਾਜ਼ੇ। ਚਾਕਰੀਆ ਚੰਗਿਆਈਆ। ਇਹ ਸੱਜਣ ਠੱਗਾ ਜਿਹੜੇ ਨਾਮ ਤੋਂ ਬਿਨਾਂ ਚਾਕਰੀਆਂ ਕਰਨੀਆਂ ਵੀ ਮੈਂ ਵੀ ਠਾਕਰ ਦੀ ਪੂਜਾ ਵੀ ਕਰਦਾ, ਇੱਥੇ ਮੈਂ ਮਸੀਤ ਵਿੱਚ ਵੀ ਸੇਵਾ ਕਰ ਲੈਂਦਾ ਤੇ ਚੰਗੀਆਂ ਗੱਲਾਂ ਕਰਨੀਆਂ ਦੇਵੀ ਦੇਵਤਿਆਂ ਦੀਆਂ ਤੇ ਗਿਆਨ ਦੀਆਂ ਚੰਗੀਆਂ ਗੱਲਾਂ ਕਰਨੀਆਂ। ਅਵਰ ਸਿਆਣਪ ਕਿਤ। ਤੇ ਹੋਰ ਜਿਹੜੀਆਂ ਬੁੱਧੀ ਦੀਆਂ ਸਿਆਣਪਾਂ ਹਨ ਉਹ ਕਿਸ ਕੰਮ ਹੈ ਠੱਗਾ। ਨਾਨਕ ਨਾਮ ਸਮਾਲ ਤੂੰ। ਜਦੋਂ ਇਹ ਬਚਨ ਮਹਾਰਾਜ ਜੀ ਨੇ ਕਹੇ ਵੀ ਮੇਰੇ ਪਾਪੀ ਪੁਣੇ ਦਾ ਠੱਗੀ ਪੁਣੇ ਦਾ ਗੁਰੂ ਜੀ ਨੂੰ ਪਤਾ ਲੱਗ ਗਿਆ, ਉਸ ਵੇਲੇ ਸੱਜਣ ਠੱਗ ਸਤਿਗੁਰੂ ਜੀ ਦੇ ਅੱਗੇ ਹੋ ਕੇ ਚਰਨੀ ਪੈ ਗਿਆ, ਢਹਿ ਪਿਆ ਤੇ ਮਹਾਰਾਜ ਜੀ ਦੇ ਅੱਗੇ ਹੱਥ ਜੋੜ ਲੱਗਾ। ਤੇ ਗੁਰੂ ਸਾਹਿਬ ਕਹਿੰਦੇ ਐ ਚਾਕਰੀਆ ਚੰਗਿਆਈਆ। ਨਾਨਕ ਨਾਮ ਸੰਭਾਲ ਤੂੰ। ਮਾਰੇ ਮੈਂ ਕੀ ਕਰਾਂ, ਮੇਰਾ ਕਿਵੇਂ ਭਲਾ ਹੋਵੇ। ਗੁਰੂ ਸਾਹਿਬ ਕਹਿੰਦੇ ਸੱਜਣ ਜਿਹੜਾ ਵਾਹਿਗੁਰੂ ਦਾ ਨਾਮ ਹੈ ਉਹਨੂੰ ਸੰਭਾਲ ਤੂੰ। ਬੱਧਾ ਛੁਟ ਹੈ ਜਿਤ। ਜਿਸ ਨਾਮ ਨੂੰ ਜਪਿਆ ਤੂੰ ਇਹ ਸੰਸਾਰ ਦੇ ਜਿਹੜੇ ਮੋਹ ਮਮਤਾ ਦੇ ਬੰਧਨ ਹੈ ਉਹਨਾਂ ਤੋਂ ਤੂੰ ਛੁੱਟ ਜਾਏ, ਬੱਧਾ ਹੋਇਆ। ਜੇ ਤੂੰ ਨਾਮ ਸੰਭਾਲੇਗਾ ਤੇ ਬੱਧਾ ਹੋਇਆ ਇਹ ਸੰਸਾਰ ਦੇ ਮੋਹ ਮਮਤਾ ਦੇ ਬੰਧਨਾਂ ਤੋਂ ਛੁੱਟ ਜਾਏਗਾ। ਜੇ ਨਹੀਂ ਐਸਾ ਕਰੇਗਾ ਤਾਂ ਜੰਪਰ ਬੱਧੇ ਮਾਰੀ ਹੈ ਬਹੁਤੀ ਮਿਲੇ ਸਜਾਏ, ਬਹੁਤ ਸਜ਼ਾ ਮਿਲੇਗੀ ਤੈਨੂੰ। ਚੌਪਈ ਦੁਰਮਤ ਤੂੰ ਕਲ ਮਲ ਕੀ ਖਾਨਾ। ਮਾਰੇ ਫਿਰ ਸਿੱਧਾ ਹੀ ਥੋੜਾ ਸਪਸ਼ਟੀ ਨੂੰ ਜਣਾਉਣ ਲਈ ਕਹਿਣ ਲੱਗੇ ਖੋਟੀ ਮੱਤ ਵਾਲੇ ਸੱਜਣ ਤੂੰ ਤੇ ਬੜਾ ਪਾਪੀ ਐ। ਬਨਿਓ ਬੈਸਨ ਬੇਖ ਮਹਾਨ। ਤੂੰ ਦੇ ਪਾਪਾਂ ਦੀ ਖਾਨ ਖਜ਼ਾਨਾ ਹੀ ਪਾਪ ਸਾਰੇ ਤੇਰੇ ਵਿੱਚੋਂ ਹੀ ਲੱਗਦਾ ਨਿਕਲ ਰਹੇ ਐ। ਬਣਿਓ ਬੈਸਨੋਂ ਬੇਖ ਮਹਾਨ। ਤੇ ਜਿਹੜਾ ਭੇਖ ਤੂੰ ਭਗਤਾਂ ਵਾਲਾ ਬੜਾ ਤਕੜਾ ਬਣਾਇਆ ਹੋਇਆ ਹੈ। ਬਾਹਰ ਸਦਾ ਬੀਚ ਬਿਖ ਪੂਰੀ। ਉਹ ਬਾਹਰ ਤੇਰੇ ਜਿਹੜਾ ਹੈ ਤੂੰ ਬਾਣਾ ਭੇਖ ਰੂਪੀ ਅੰਮ੍ਰਿਤ ਦਿਸਦਾ ਹੈ,
ਅੰਦਰ ਤੇਰੇ ਪਾਪਾਂ ਰੂਪੀ ਠੱਗੀ ਰੂਪੀ ਪੂਰੀ ਜ਼ਹਿਰ ਭਰੀ ਹੋਈ ਹੈ। ਗਹਿਕ ਜਮ ਦੇਵਹਿ ਦੁਖ ਪੂਰੀ। ਤੇਰੇ ਇਹੋ ਜਿਹੇ ਕੰਮ ਦੇ ਕੇ ਦੇਖ ਲੈਣਾ, ਜੰਮ ਤੈਨੂੰ ਫੜ ਕੇ ਬਹੁਤ ਭਾਰੀ ਦੁੱਖ ਦੇਗਾ ਵੱਡੇ ਦੁਨੀਦਾਰ ਨੂੰ। ਜਬ ਜੰਜੀਰ ਤੋਹੇ ਗਲ ਪਾਵਹਿ। ਜਦੋਂ ਉਹ ਜੰਜੀਰ ਸੰਗਲ ਤੇਰੇ ਗਲ ਪਾਵੇਗਾ, ਵੱਡਾ ਹੋਆ ਦੁਨੀਦਾਰ ਗਾ ਸੰਗਲ ਘੱਤ ਚਲਾਇਆ। ਅੱਗੇ ਕਰਨੀ ਕੀਰਤ ਵਾਚੀਐ ਬੈ ਲੇਖਾ ਕਰ ਸਮਝਾਇਆ। ਥਾਉ ਨਾ ਹੋਵੀ ਪਾਉ ਦੀ ਹੁਣ ਸੁਣੀਏ ਕਿਆ ਰਵਾਇਆ। ਮਨ ਅੰਧੇ ਜਨਮ ਗਵਾਇਆ। ਇਹ ਠੱਗਾ ਸੱਜਣ, ਜਦੋਂ ਤੇਰੇ ਗਲ ਜੰਜੀਰ ਪਾਉਣਗੇ ਵੱਡੇ ਦੁਨੀਆਦਾਰ ਵਾਲੇ ਬਣੇ ਹੋਏ ਦੇ, ਹੋਏ ਸਾਸਨਾ ਕੌਣ ਛਟਾਵਹਿ। ਉਦੋਂ ਤੇਰੀ ਬੜੀ ਜਿਹੜੀ ਹੈ ਸਜ਼ਾ ਤੈਨੂੰ ਮਿਲੇਗੀ। ਸਾਸਨਾ ਤਾੜਨਾ ਹੋਏਗੀ ਤੈਨੂੰ, ਸਜ਼ਾ ਤੈਨੂੰ ਹੋਏਗੀ, ਮਾਰ ਪਏਗੀ। ਕਦੋਂ ਕੌਣ ਛਡਾਏਗਾ ਤੈਨੂੰ? ਦੁਸ਼ਟ ਕਰਤ ਧਨ ਜੋ ਇਕ ਥਾਏ। ਇਹ ਦੁਸ਼ਟਾ, ਜੋ ਤੂੰ ਧਨ ਜਿਹੜਾ ਇੱਕ ਥਾਂ ਇਕੱਠਾ ਕਰੀ ਜਾ ਰਿਹਾ ਹੈ। ਕਾਜ ਨਾ ਆਵਹਿ ਜਬ ਬਿਲ ਲਾਏ। ਜਦੋਂ ਇਹ ਚੀਕਾਂ ਮਾਰੇਗਾ, ਵਿਰਲਾਪ ਕਰੇਗਾ, ਉਹ ਇਹ ਕੰਮ ਤੇਰੇ ਨਹੀਂ ਆਏਗਾ। ਪੈਸਾ ਉੱਥੇ, ਪੈਸਾ ਤੇਰੇ ਕੰਮ ਨਹੀਂ ਆਏਗਾ। ਉੱਥੇ ਤੈਨੂੰ ਦੇ ਉੱਥੇ ਸੱਚੋ ਹੀ ਸੱਚ ਨਿਬੜਿਆ ਚੁਣ ਵੱਖ ਕੱਢੇ ਜਜਮਾਲਿਆ। ਉੱਥੇ ਤੈਨੂੰ ਵੱਖਰਿਆਂ ਕੱਢ ਕੇ ਮਾਰ ਪਏਗੀ। ਇਹ ਪੈਸਾ ਕੰਮ ਤੇਰੇ ਆਵੇਗਾ ਨਹੀਂ, ਕਿਉਂਕਿ ਹੁਣ ਤੂੰ ਪਾਪ ਕਰੀ ਜਾਣਾ। ਪਾਪਾਂ ਬਾਝੋਂ ਹੋਵੈ ਨਾਹੀ ਮੋਇਆ ਸਾਧਨਾ ਜਾਈ। ਪਾਪਾਂ ਬਿਨਾਂ ਮਾਇਆ ਇਕੱਠੀ ਹੁੰਦੀ ਨਹੀਂ ਹੈ। ਹੜੱਪਣ ਤੋਂ ਬਿਨਾਂ ਮਰਿਆ ਨਾਲ ਨਹੀਂ ਜਾਏਗੀ। ਕੌਣ ਛਡਾਏਗਾ ਤੈਨੂੰ? ਸੁਤ ਬਣਤਾ ਸਨ ਬੰਦੀ ਜੋਏ। ਆ ਜਿਹੜੇ ਤੇਰੇ ਸੰਬੰਧੀ ਰਿਸ਼ਤੇਦਾਰ ਹੈ, ਪੁੱਤਰ ਤੇ ਘਰ ਵਾਲੀ, ਜਿਨ੍ਹਾਂ ਵਾਸਤੇ ਹੋਏ ਨਾ ਤੋਹੇ ਸਹਾਈ ਹੋਏ। ਜਿਨ੍ਹਾਂ ਵਾਸਤੇ ਤੂੰ ਠੱਗੀਆਂ ਕਰ ਰਿਹਾ ਨਾ, ਇਹ ਤੇਰਾ ਕੋਈ ਨਹੀਂ ਸਹਾਈ ਹੋਏਗਾ। ਸੋ ਦਿਨ ਆਵਣ ਲਾਗਾ, ਮਾਤ ਪਿਤਾ ਭਾਈ ਸੁਤ ਬੰਤਾ ਕਹੋ ਕਉ ਹੈ ਕਾਕਾ। ਜਦੋਂ ਉਹ ਦਿਨ ਨੇੜੇ ਤੇਰਾ ਆਉਣ ਲੱਗਾ, ਉਦੋਂ ਕੋਈ ਮਾਂ ਪਿਓ ਭਾਈ ਬੰਦ ਤੇਰੇ ਨੇੜੇ ਨਹੀਂ ਹੋਏਗਾ, ਕੋਈ ਲਾਗੇ ਨਹੀਂ ਤੇਰੇ ਲੱਗੇਗਾ। ਉਦੋਂ ਸਭ ਪਿੱਛੇ ਹਟ ਜਾਣਗੇ। ਅੱਜ ਜਿਨ੍ਹਾਂ ਵਾਸਤੇ ਬਹੁ ਪਰਪੰਚ ਕਰ ਪਰਤਾਂ ਲਿਆਵੈ, ਸੁਤਦਾਰਾ ਪਹਿ ਆਨ ਲਟਾਵੈ। ਹੁਣ ਤੇ ਕਹਿਣਾ ਪੁੱਤਰੋ ਛਕੋ, ਘਰ ਵਾਲੀਏ ਖਾ ਤਗੜੀ ਹੋ ਕੇ। ਪਾਵਹਿ ਪੀਰ ਪਰਿਓ ਚਿਰਕਾਲਾ। ਉਦੋਂ ਲੰਬਾ ਸਮਾਂ ਤੂੰ ਜਮਾਂ ਦੇ ਵੱਸ ਪਿਆ ਹੋਇਆ ਪੀੜ ਪਾਵੇਂਗਾ, ਦੁੱਖ ਪਾਵੇਂਗਾ। ਫਲ ਪਾਪਨ ਕੋ ਹੋਏ ਵਿਸਾਲਾ। ਜਿਹੜੇ ਪਾਪਾਂ ਦਾ ਤੈਨੂੰ ਫਲ ਨਾ ਬਹੁਤਾ ਹੋਏਗਾ, ਤੇਰਾ ਛੁਟਕਾਰਾ ਨਹੀਂ ਹੋਏਗਾ ਉੱਥੇ। ਦਰਸ਼ਨ ਕਰ ਸੁਨ ਬਚਨ ਪਿਆਨੇ। ਜਿਵੇਂ ਸਤਿਗੁਰੂ ਜੀ ਦਾ ਦਰਸ਼ਨ ਕਰਕੇ ਤੇ ਬੜੇ ਭੈ ਵਾਲੇ ਬਚਨ ਸੁਣ ਕੇ ਸੱਜਣ ਨੇ, ਮਨ ਸੱਜਣ ਭੈ ਭਇਓ ਮਹਾਨੇ। ਸੱਜਣ ਜਿਹੜਾ ਹੈ ਨਾ, ਮਨ ਵਿੱਚ ਬੜਾ ਭੈ ਪੀਤ ਹੋਇਆ, ਡਰ ਗਿਆ ਹੈ। ਹੋਏ ਅਧੀਨ ਪਾਇਨ ਲਪਟਾਇਓ। ਬੜਾ ਅਧੀਨ ਹੋ ਕੇ, ਨਿਮਾਣਾ ਹੋ ਕੇ ਸਤਿਗੁਰੂ ਜੀ ਦੇ ਚਰਨੀ ਲੱਗ ਗਿਆ। ਹੱਥ ਜੋੜ ਕਰ ਬਚਨ ਅਲਾਇਓ। ਦੋਵੇਂ ਹੱਥ ਜੋੜ ਕੇ ਬਚਨ ਕਿਹਾ, ਕਲ ਮਲ ਕੀਨੇ ਮੈਂ ਅਤ ਭਾਰੀ। ਮਹਾਰਾਜ ਮੈਂ ਪਾਪੀ ਨੇ ਬੜੇ ਬੱਜਰ ਪਾਪ ਕੀਤੇ ਐ ਭਾਰੀ। ਅਬ ਰਾਖੋ ਹਾਂ ਸਰਨ ਤੁਮਾਰੀ। ਮਹਾਰਾਜ ਮੈਂ ਪਾਪੀ ਤੁਹਾਡੀ ਸ਼ਰਨ ਆ ਗਿਆ, ਹੁਣ ਮੈਨੂੰ ਸ਼ਰਨ ਆਏ ਨੂੰ ਰੱਖ ਲਓ ਜੀ। ਸੰਤ ਬਿਰਦ ਸਦ ਹੀ ਉਪਕਾਰੀ। ਕਿਉਂਕਿ ਸੰਤਾਂ ਦਾ ਬਿਰਦ ਧਰਮ ਪ੍ਰਾਣ ਹੈ ਵੀ ਸਦਾ ਹੀ ਉਪਕਾਰ ਕਰਨਾ। ਤੁਸੀਂ ਤੇ ਹਮੇਸ਼ਾ ਉਪਕਾਰੀ ਹੁੰਦੇ ਹੋ। ਰਾਵਰ ਮਿਲਤ ਭਈ ਸੁਧ ਸਾਰੀ। ਆਪ ਜੀ ਨੂੰ ਮਿਲਦਿਆਂ ਹੀ ਮਹਾਰਾਜ ਮੈਨੂੰ ਸਾਰੀ ਖਬਰਸਾਰ ਹੋ ਆਈ ਹੈ ਵੀ ਇਹ ਜਿਹੜੇ ਪਾਪ ਕੀਤੇ ਇਹਨਾਂ ਦਾ ਦੁੱਖ ਹੋਊਗਾ ਅੱਗੇ ਜਾ ਕੇ ਮਨਾ। ਗੁਰ ਕਹਿ ਪਾਪ ਕਰਨ ਤਜ ਦੇਈ। ਗੁਰੂ ਸਾਹਿਬ ਜੀ ਕਹਿਣ ਲੱਗੇ ਵੀ ਸੱਜਣ ਜੇ ਤੂੰ ਅੱਗੇ ਤੋਂ ਪਾਪ ਕਰਨੇ ਛੱਡ ਦੇਵੇਂ ਤੋ ਕਰਨਾ ਕਰਤਾਰ ਕਰੇ। ਤਾਂ ਤੇ ਵੀ ਜਿਹੜਾ ਕਰਤਾਰ ਹੈ ਪਰਮੇਸ਼ਰ ਜੀ ਦੇ ਹੱਥ ਵਿੱਚ ਸਾਰਿਆਂ ਦੀ ਡੋਰੋ ਫਿਰ ਦਇਆ ਕਰ ਦੇਵੇਗਾ ਤੇਰੇ ਉੱਪਰ। ਸਤਨਾਮਾ ਸਿਮਰਹ ਨਿਵਲਾਈ। ਇੱਕ ਸਾਡਾ ਵਚਨ ਹੈ ਵੀ ਸਤਨਾਮ ਵਾਹਿਗੁਰੂ ਦਾ ਜਿਹੜਾ ਸਿਮਰਨ ਹੈ ਮਨ ਦੀ ਲਿਵ ਲਾ ਕੇ ਕਰਿਆ ਕਰ ਹੁਣ ਤੋਂ। ਭਲੋ ਜੀਅ ਕੋ ਹੋਏ ਸੁਖ ਪਾਈ। ਜਿਸ ਕਰਕੇ ਨਾਮ ਨੂੰ ਜਪਣ ਨਾਲ ਤੇਰੇ ਜੀ ਦਾ ਅੰਦਰਲੇ ਆਤਮਾ ਦਾ, ਜੀਵਾਤਮਾ ਦਾ ਭਲਾ ਹੋਏਗਾ ਤੇ ਤੂੰ ਸੁਖ ਪਾਵੇਂਗਾ ਅੰਤ ਨੂੰ। ਦੋਹਰਾ
ਕਬ ਨ ਅਗਾਰੀ ਹਾਂ ਕਰਾਂ। ਇਹ ਫਿਰ ਹੱਥ ਜੋੜ ਕੇ ਕੰਨ ਫੜ ਕੇ ਕਹਿਣ ਲੱਗਾ, ਮਾਰੇ ਅੱਗੇ ਤੋਂ ਮੈਂ ਕਦੀ ਨਹੀਂ ਐਸਾ ਕੰਮ ਮਾੜਾ ਕਰਾਂਗਾ। ਪਿਛਲੇ ਬਖਸ਼ਹ ਪਾਪ, ਜਿਹੜੇ ਪਿਛਲੇ ਕੋਈ ਪਾਪ ਹੋ ਗਏ ਨਾ, ਭੁੱਲ ਚੁੱਕ ਹੋ ਗਈ, ਮਾਰੇ ਉਹ ਪਿਛਲੇ ਪਾਪ ਬਖਸ਼ ਦਿਓ, ਪਿਛਲੇ ਔਗਣ ਬਖਸ਼ ਲੈ, ਪ੍ਰਭ ਆਗੇ ਮਾਰਗ ਪਾਵੈ। ਉਪਦੇਸੋ ਸਿੱਖ ਕੀਜੀਐ, ਆਪਣਾ ਪਾਵਨ ਪਵਿੱਤਰ ਉਪਦੇਸ਼ ਦੇ ਕੇ ਮਹਾਰਾਜ ਮੈਨੂੰ ਆਪਣਾ ਸਿੱਖ ਕਰ ਲਈਏ। ਦੇਹੋ ਨਾਮ ਕੋ ਜਾਪ, ਜਿਹੜਾ ਨਾਮ ਵਾਹਿਗੁਰੂ ਦੇ ਦਾ ਜਾਪ ਕਰਨਾ, ਉਹ ਜਾਪ ਵੀ ਬਖਸ਼ ਦਿਓ ਜੀ। ਚਉਪਈ ਮੋਰ ਕਰਮ ਕਰ ਇਤ ਤੁਮ ਆਏ। ਮਹਾਰਾਜ ਮੇਰੇ ਪਿਛਲੇ ਕੋਈ ਚੰਗੇ ਕਰਮਾਂ ਕਰਕੇ ਤੁਸੀਂ ਇੱਥੇ ਆਏ ਹੋ। ਕਹਿਓ ਰਹਿਓ ਚਰਨ ਲਪਟਾਏ, ਇਉਂ ਕਹਿ ਕੇ ਸਤਿਗੁਰ ਜੀ ਦੇ ਚਰਨਾਂ ਤੇ ਲੱਗ ਰਿਹਾ ਹੈ ਬਾਰ-ਬਾਰ। ਕਿਰਪਾ ਧਾਰ ਗੁਰ ਬਚਨ ਉਚਾਰਾ। ਗੁਰੂ ਸਾਹਿਬ ਤੇ ਹੁਣ ਹੈ ਹੀ ਦਿਆਲੂ ਕਿਰਪਾਲੂ, ਮਹਾਰਾਜ ਬਹੁਤ ਕਿਰਪਾ ਦੀ ਦ੍ਰਿਸ਼ਟੀ ਧਾਰ ਕੇ ਤੇ ਬਚਨ ਕਿਹਾ। ਇਹੋ ਮੇਰਾਸੀ ਗੁਰੂ ਤੁਮਾਰਾ। ਗੁਰੂ ਸਾਹਿਬ ਕਹਿਣ ਲੱਗੇ, ਸੱਜਣ ਅਸੀਂ ਤੇਰੇ ਗੁਰੂ ਨਹੀਂ, ਗੁਰੂ ਤੇਰਾ ਇਹੋ ਮਰਾਸੀ ਹੈ, ਸਾਡਾ ਸੇਵਕ ਸਹਿਜਾਦਾ। ਇਹ ਮਹਾਰਾਜ ਦੀ ਵੇਖ ਲਓ ਕਿੰਨੀ ਵਡਿਆਈ ਹੈ। ਨਹੀਂ ਤੇ ਕੋਈ ਕਿਸੇ ਨੂੰ ਗੁਰੂ ਕਹਿ ਦੇਵੇ ਤੇ ਉਹ ਕਹਿੰਦਾ ਹਾਂ ਮੈਂ ਹੀ ਤੇਰਾ ਗੁਰੂ ਹਾਂ, ਹੋਰ ਨਾ ਕਿਸੇ ਨੂੰ ਮੰਨੀ, ਮੈਂ ਹੀ ਤੇਰਾ ਗੁਰੂ ਹਾਂ। ਉਹ ਜੇ ਮਸੰਦ ਕਹਿੰਦੇ ਸਨ, ਭੁੱਲ ਕੇ ਔਰ ਕੋ ਨਾਮ ਨਾ ਲੀਜੈ, ਸੇਵ ਕਰੋ ਕਿ ਮੇਰੀ ਸੇਵਾ ਕਰ, ਭੁੱਲ ਕੇ ਹੋਰ ਕਿਹਦਾ ਨਾਂ ਨਹੀਂ ਲੈਣਾ ਹੈ। ਪਰ ਮਹਾਰਾਜ ਦੀ ਵਡਿਆਈ ਹੈ ਵੀ ਜਿੱਥੇ ਵੀ ਗਏ ਹੈ ਤੇ ਜਦੋਂ ਜਾਂਦੇ ਰਹੇ ਭਾਈ ਮਰਦਾਨੇ ਨੂੰ ਜਿਹਨੇ ਪਰੇਸ਼ਾਨ ਕੀਤਾ ਹੈ, ਫਿਰ ਉਹਨਾਂ ਸਾਰਿਆਂ ਨੂੰ ਭਾਈ ਮਰਦਾਨੇ ਦੀ ਸ਼ਰਣੀ ਪਾਇਆ ਵੀ ਇਹ ਤੁਹਾਡਾ ਗੁਰੂ ਹੈ, ਇਹ ਤੁਹਾਡਾ ਪੂਜਨੀਕ ਹੈ, ਇਹ ਤੁਹਾਡੇ ਸਤਿਕਾਰਯੋਗ ਹੈ। ਹੁਣ ਉਸੇ ਤਰ੍ਹਾਂ ਹੀ ਸੱਜਣ ਠੱਗ ਨੇ ਸਤਿਗੁਰੂ ਜੀ ਦੇ ਜੋ ਸੇਵਕ ਭਾਈ ਮਰਦਾਨੇ ਦੇ ਸਪੁੱਤਰ ਸ਼ਹਿਜ਼ਾਦੇ ਨੂੰ ਪਰੇਸ਼ਾਨ ਤੰਗ ਕੀਤਾ, ਮਾਰਿਆ ਕੁੱਟਿਆ, ਕੱਪੜੇ ਉਤਾਰੇ ਸਨ। ਹੁਣ ਸੱਜਣ ਠੱਗ ਨੂੰ ਉਹਦੀ ਭੁੱਲ ਬਖਸ਼ਾਉਣ ਵਾਸਤੇ ਉਹਨੇ ਸ਼ਹਿਜ਼ਾਦੇ ਦੇ ਚਰਨੀ ਪਾਉਣ ਵਾਸਤੇ ਇੱਕ ਵਚਨ ਕਿਹਾ ਵੀ ਸੱਜਣ ਤੇਰਾ ਗੁਰੂ ਜਿਹੜਾ ਨਾ, ਇਹ ਸਾਡਾ ਜਿਹੜਾ ਮਰਾਸੀ ਸ਼ਹਿਜ਼ਾਦਾ, ਇਹੋ ਤੇਰਾ ਗੁਰੂ ਸਤਿਕਾਰਯੋਗ ਪੂਜਨੀਕ ਹੈ। ਇਸ ਕੇ ਮਾਨੇ ਭਲਾ ਜਨੀਜਾ, ਇਹਨਾਂ ਨੂੰ ਜੇ ਤੂੰ ਮੰਨੇਗਾ ਨਾ, ਇਹਨਾਂ ਨੂੰ ਪੂਜੇਗਾ ਤੇ ਆਪਣਾ ਭਲਾ ਜਾਣ ਲੈ, ਇਹਨਾਂ ਨੂੰ ਮੰਨ। ਕਰਨੇ ਪਾਪ ਸਰਬ ਤਜ ਦੀਜਾ, ਸਿੱਖ ਗੁਰੂ, ਗੁਰੂ ਸਿੱਖ ਹੈ, ਗੁਰੂ ਸਿੱਖ, ਸਿੱਖ ਗੁਰੂ ਹੈ। ਇਹ ਗੁਰੂ ਦੀ ਵਡਿਆਈ ਹੈ ਵੀ ਗੁਰੂ ਮਹਾਰਾਜ ਆਪ ਹੈ ਤੇ ਸਿੱਖ ਨੂੰ ਵੇਖ ਲਓ ਗੁਰੂ ਕਰ ਦਿੱਤਾ ਹੈ। ਤੇ ਕਹਿੰਦੇ ਵੀ ਤੇਰਾ ਗੁਰੂ ਹੈ, ਸਾਡਾ ਜਿਹੜਾ ਸਹਿਜਾਦਾ ਮਰਾਸੀ ਹੈ ਨਾ, ਇਹ ਤੇਰਾ ਗੁਰੂ ਹੈ। ਜੇ ਤੂੰ ਵੀ ਇਹਨਾਂ ਨੂੰ ਮੰਨੇਗਾ, ਇਹਨਾਂ ਨੂੰ ਮੰਨੇਗਾ, ਸਤਿਕਾਰ ਕਰੇਗਾ ਤੇ ਤੇਰਾ ਭਲਾ ਹੋਏਗਾ, ਜਾਣ ਲੈ। ਕਰਨੇ ਪਾਪ ਸਰਬ ਤਜ ਦੀਜਾ, ਅੱਗੇ ਤੋਂ ਸਾਰੇ ਜਿਹੜੇ ਪਾਪ ਕਰਨੇ, ਠੱਗੀਆਂ ਠੋਰੀਆਂ ਕਰਨੀਆਂ ਛੱਡ ਦਈਏ। ਸਹਜਾਦੇ ਕੋ ਬੰਧਨ ਕਰੀ, ਸੁਣਦੇ ਸਾਰੀ ਸੱਜਣ ਨੇ ਸ਼ਹਿਜ਼ਾਦੇ ਨੂੰ ਨਮਸਕਾਰ ਕੀਤੀ ਹੈ। ਸੱਜਣ ਪਾਨ ਹਾਲ ਤਿਹ ਕਰੀ, ਉਸੇ ਘੜੀ ਸੱਜਣ ਤੇ ਨਿਹਾਲੋ ਨਿਹਾਲ ਹੋ ਗਿਆ ਹੈ। ਗੁਰ ਕਹ ਸਦਨ ਪਾਪ ਧਨ ਜੋ, ਮਹਾਰਾਜ ਕਹਿਣ ਲੱਗੇ ਵੀ ਸੱਜਣ ਜਿਹੜੇ ਤੇਰੇ ਘਰ ਵਿੱਚ ਪਾਪਾਂ ਦਾ ਜਿੰਨਾ ਵੀ ਧਨ ਇਕੱਠਾ ਕੀਤਾ ਹੋਇਆ ਹੈ, ਅਬ ਲਟਾਏ ਦੀਜਾ ਸਭ ਸੋ, ਉਹ ਸਾਰਾ ਧਨ ਹੀ ਘਰੋਂ ਲਿਆ ਕੇ ਤੇ ਤੂੰ ਲੁਟਾ ਦੇ ਗਰੀਬ ਗੁਰਬੇ ਉੱਪਰ। ਮਾਨਿਓ ਬਚਨ ਨਿਕਟ ਜੋ ਧਰਬਾ, ਗੁਰੂ ਜੀ ਦਾ ਬਚਨ ਮੰਨਿਆ। ਇਹਦੇ ਕੋਲ ਜਿੰਨਾ ਵੀ ਘਰ ਵਿੱਚ ਪੈਸਾ ਲੁੱਟਿਆ ਫੁੱਟਿਆ ਹੈਗਾ ਸੀ, ਰੰਕ ਬੁਲਾਏ ਲਟਾਇਓ ਸਰਬਾ, ਗਰੀਬਾਂ ਨੂੰ, ਸਾਧੂਆਂ, ਕੰਗਾਲਾਂ ਸਾਰਿਆਂ ਨੂੰ ਬੁਲਾ ਕੇ ਨੇ ਸਾਰਾ ਹੀ ਧਨ ਲੁਟਾ ਦਿੱਤਾ। ਬਖਸ਼ ਇਸ ਪ੍ਰਕਾਰ ਤਿਸ ਤਾਈ, ਇਸ ਤਰ੍ਹਾਂ ਗੁਰੂ ਸਾਹਿਬ ਜੀ ਨੇ ਸੱਜਣ ਠੱਗ ਦੇ ਤਾਈਂ ਬਖਸ਼ਿਸ਼ ਕੀਤੀ, ਇਹਨੂੰ ਬਖਸ਼ਿਆ। ਆਗਾ ਕੀਨਾ ਗਮਨ ਗੁਸਾਈ, ਇਹ ਕਹਿੰਦੇ ਜਿੱਥੇ ਨੇ ਸੱਜਣ ਨੇ ਆਪਣਾ ਕਿਲ੍ਹਾ ਬਣਾਇਆ ਹੋਇਆ ਸੀ ਨਾ, ਠੱਗਗੜ੍ਹ, ਵੀ ਠੱਗ ਦਾ ਇਹਦਾ ਕਿਲ੍ਹਾ ਸੀ ਬੜਾ ਤਗੜਾ, ਉਹ ਢਹਾ ਕੇ ਮਾਰ ਨੇ ਉੱਥੇ ਧਰਮਸ਼ਾਲ ਬਣਾਈ ਹੈ, ਧਰਮ ਦੀ ਜਗ੍ਹਾ। ਅਤੇ ਉੱਥੇ ਧਰਮਸ਼ਾਲ ਦੇ ਨਾਲ ਹੀ ਜਿਹੜੀ ਹੈ ਕਹਿੰਦੇ ਅੱਜ ਵੀ ਇਹਦੀ ਸੱਜਣ ਦੀ ਸਮਾਧ ਹੈਗੀ ਹੈ। ਖਰਮੇ ਪੁਰ ਮਹਿ ਪਹੁੰਚੇ ਜਾਈ, ਆਗੇ ਕੀਨੋ ਗਮਨ ਗੁਸਾਈ, ਸੰਸਾਰ ਦੇ ਸਾਈਂ ਗੁਰੂ ਸਾਹਿਬ ਜੀ ਨੇ ਫਿਰ ਅੱਗੇ ਚੱਲਣਾ ਕੀਤਾ। ਖਰਮੇ ਪੁਰ ਮਹਿ ਪਹੁੰਚੇ ਜਾਈ, ਦੁਬਾਰਾ ਪਾ,
ਖੁਰਮੇਪੁਰ ਮਹਿ ਪਹੁੰਚੇ ਜਾਈ। ਜੋ ਖੁਰਮਾਪੁਰ ਸ਼ਹਿਰ ਬੜਾ ਤਗੜਾ, ਉੱਥੇ ਮਹਾਰਾਜ ਜਾ ਪਹੁੰਚੇ। ਸਹਜਾਦੇ ਸੌਗਰਾ ਅਲਾਈ। ਭਾਈ ਮਰਦਾਨਾ ਜੀ ਦੇ ਸੁਪੁੱਤਰ ਸ਼ਹਿਜ਼ਾਦੇ ਨੂੰ ਬਚਨ ਕਿਹਾ ਨਗਰ ਮਹਾਨ ਰੁਚਰ ਸਥਾਨਾ। ਵੀ ਇਹ ਜਿਹੜਾ ਨਗਰ ਹੈ ਨਾ ਖੁਰਮਾਪੁਰ ਸ਼ਹਿਜ਼ਾਦੇ, ਬੜਾ ਸੋਹਣਾ ਇਹ ਸਥਾਨ ਹੈ। ਕੀਨਾ ਦਾਹੋ ਇਹਾ ਮਰਦਾਨਾ। ਆ ਜਿਹੜਾ ਸਥਾਨ ਤੂੰ ਦੇਖ ਰਿਹਾ, ਇਸ ਸਥਾਨ ਤੇ ਤੇਰੇ ਪਿਤਾ ਆਪਣੇ ਸੇਵਕ ਮਰਦਾਨੇ ਦਾ ਅਸਾਂ ਅੰਤਮ ਸੰਸਕਾਰ ਕੀਤਾ ਹੈ। ਸੁਨ ਕੇ ਸ੍ਰਵਨ ਦੇਖ ਥਲ ਤਾਈ। ਸੰਸਕਾਰ ਕੀਤਾ ਹੈ। ਸੁਣ ਕੇ ਜਿਹੜਾ ਹੈ ਕੰਨਾਂ ਵਿੱਚ ਸ਼ਹਿਜ਼ਾਦਾ ਤੇ ਆਪਣੇ ਪਿਤਾ ਜੀ ਵਾਲੀ ਸੰਸਕਾਰ ਵਾਲੀ ਥਾਂ ਦੇਖ ਕੇ ਬੰਧਨ ਕੀਨੀ ਸੀਸ ਝੁਕਾਈ। ਤੇ ਪਿਤਾ ਜੀ ਨੇ ਇੱਥੇ ਸਰੀਰ ਛੱਡਿਆ ਹੈ ਤੇ ਸਤਿਕਾਰ ਨਾਲ ਸਿਰ ਝੁਕਾਇਆ, ਨਮਸਕਾਰ ਕੀਤੀ, ਮੱਥਾ ਟੇਕਿਆ ਹੈ। ਗੁਰ ਕਹ ਬਚਨ ਹਮਾਰਾ ਮਨ। ਗੁਰੂ ਸਾਹਿਬ ਜੀ ਕਹਿਣ ਲੱਗੇ, ਸ਼ਹਿਜ਼ਾਦੇ ਸਾਡਾ ਬਚਨ ਮੰਨ। ਇਹ ਥਲ ਰਹੋ ਬਟਾਮ ਨਿਜ ਆਨ। ਆਪਣਾ ਸਾਰਾ ਪਰਿਵਾਰ ਲਿਆ ਕਰਕੇ ਇਸੇ ਥਾਂ ਹੁਣ ਤੁਸੀਂ ਰਹੋ। ਮਰਦਾਨੇ ਕੇ ਸਮਾ ਤੂੰ ਹੋਏ। ਜੇ ਸਾਡਾ ਤੂੰ ਬਚਨ ਮੰਨੇਗਾ, ਆਪਣੇ ਪਿਤਾ ਮਰਦਾਨੇ ਦੇ ਬਰਾਬਰ ਦਾ ਤੂੰ ਹੋ ਜਾਏਗਾ, ਭਾਵ ਉਸੇ ਵਾਂਗ ਹੀ ਮਾਣ ਸਤਿਕਾਰ ਪਾਏਗਾ। ਪੂਜੈ ਪਗ ਸਗਰ ਪਰ ਜੋਏ। ਜਿੰਨਾ ਹੀ ਆ ਸਾਰਾ ਖੁਰਮਾ ਸ਼ਹਿਰ ਹੈ, ਸਾਰਾ ਤੁਹਾਡੇ ਚਰਨਾਂ ਨੂੰ ਪੂਜੇਗਾ, ਮਨਾਏਗਾ, ਮੱਥੇ ਟੇਕੇਗਾ। ਦੋਹਰਾ ਸਹਜਾਦੇ ਕਰ ਬੰਦ ਕਾ। ਸਹਿਜਾਦੇ ਨੇ ਦੋਵੇਂ ਹਾਥੀ ਜੋੜ ਕੇ ਪਨ ਬੂਝੇ ਜਗਤੇ ਸਾ। ਜਗਤ ਦੇ ਮਾਲਕ ਗੁਰੂ ਨਾਨਕ ਸਾਹਿਬ ਜੀ ਤੋਂ ਪੁੱਛਣਾ ਕੀਤਾ, ਹਮਾਰਾ ਕੋ ਅਵਲੰਬ ਹੋਆ। ਮਹਾਰਾਜ ਸਾਡਾ ਕੌਣ ਇੱਥੇ ਆਸਰਾ ਹੋਵੇਗਾ, ਤਮ ਗਮਨਾ ਪਰਦੇਸ। ਕਿਉਂਕਿ ਤੁਸੀਂ ਮੈਨੂੰ ਵਸਾ ਕੇ ਛੱਡ ਕੇ ਆਪਦੇ ਪਰਦੇਸਾਂ ਵਿੱਚ ਚਲੇ ਜਾਓਗੇ ਤੇ ਗੁਰੂ ਸਾਹਿਬ ਜੀ ਥਾਂ ਨਵੀਂ ਹੈ, ਸਾਡਾ ਕੌਣ ਆਸਰਾ ਹੋਵੇਗਾ ਇੱਥੇ। ਚੌਪਈ ਸ੍ਰੀ ਗੁਰ ਭਨਿਆਨ ਕੇ ਤਤ ਮਾਰੇ। ਗੁਰੂ ਸਾਹਿਬ ਜੀ ਨੇ ਕਿਹਾ ਵੀ ਸ਼ਹਿਜ਼ਾਦੇ ਤੇਰੇ ਘਰ ਵਿੱਚ ਸਰਬ ਪਦਾਰਥ ਹੋਏ ਸਖਾਰੇ। ਸੁਖ ਦੇਣ ਵਾਲੇ ਸਾਰੇ ਪਦਾਰਥ ਤੇਰੇ ਘਰ ਵਿੱਚ ਹੋਣਗੇ। ਬੰਸ ਬ੍ਰਿਧ ਹੋਵੈ ਗੋ ਤੁਮਾਰਾ। ਸਾਡਾ ਬਚਨ ਹੈ ਵੀ ਇੱਥੇ ਜੇ ਤੁਸੀਂ ਵਸੋਗੇ, ਤੁਹਾਡਾ ਜਿਹੜਾ ਅੰਸ਼ ਬੰਸ ਪਰਿਵਾਰ ਬਹੁਤ ਵਧੇਗਾ, ਫੁੱਲੇਗਾ, ਬਹੁਤ ਅੰਸ਼ ਬੰਸ ਵਧੇਗੀ। ਮਨ ਸਾਚ ਬਚਨ ਇਉ ਹਮਾਰਾ। ਇਉਂ ਸਾਡਾ ਤੂੰ ਜਿਹੜਾ ਬਚਨ ਹੈ ਨਾ ਸ਼ਹਿਜ਼ਾਦੇ, ਸੱਚਾ ਮੰਨਦਾ, ਇਸ ਸੱਚ ਕਹਿ ਰਹੇ ਹਾਂ। ਚਿੰਤ ਕਰੋ ਜਬ ਹੀ ਮਨ ਮਾਹੀ। ਬਾਕੀ ਵੀ ਜਦੋਂ ਵੀ ਤੁਸੀਂ ਮਨ ਵਿੱਚ ਸਾਨੂੰ ਯਾਦ ਕਰੋਗੇ, ਆਵੈ ਨਿਕਟ ਦੇਰ ਕੁਛ ਨਾਹੀ। ਤੇਰੇ ਕੋਲ ਨੇੜੇ ਆ ਜਾਵਾਂਗੇ, ਕੋਈ ਦੇਰੀ ਨਹੀਂ ਲਾਵਾਂਗੇ। ਇਸ ਬਿਦ ਕਰਹੁ ਸਤਿ ਪ੍ਰਤੀਤਾ। ਇਸ ਤਰ੍ਹਾਂ ਸ਼ਹਿਜ਼ਾਦੇ ਤੂੰ ਸੱਚ ਤੇ ਪ੍ਰਤੀਤੀ ਭਰੋਸਾ ਕਰ, ਸਾਡਾ ਬਚਨ ਸੱਚ ਹੈ ਤੇ ਭਰੋਸਾ ਯਕੀਨ ਕਰ। ਡੋਲਹੁ ਨਹੀਂ ਰਾਖ ਥਿਰ ਚੀਤਾ। ਡੋਲ ਨਾ, ਚਿੱਤ ਆਪਣਾ ਟਿਕਾ ਕੇ ਰੱਖ। ਸਹਜਾਦੇ ਤਬ ਜੋਰੇ ਹੱਥਾ। ਐਵੇਂ ਸਹਿਜਾਦੇ ਨੇ ਤਦੋਂ ਦੋਵੇਂ ਹਾਥੀ ਜੋੜੇ ਐ। ਕਹਿ ਪ੍ਰਤੀਤ ਮੁਝੈ ਪ੍ਰਭ ਨਾਥਾ। ਕਹਿਣ ਲੱਗੇ ਗੁਰੂ ਨਾਨਕ ਸਾਹਿਬ ਜੀ, ਮੈਨੂੰ ਤੇ ਆਪ ਜੀ ਉੱਪਰ ਬਹੁਤ ਪ੍ਰਤੀਤੀ ਭਰੋਸਾ ਯਕੀਨ ਹੈ। ਤਬ ਸ੍ਰੀ ਗੁਰ ਮੰਜੀ ਤਹ ਦੀਨੀ। ਤਦੋਂ ਗੁਰੂ ਜੀ ਨੇ ਤੁਰ ਉੱਠ ਕੇ ਵੀ ਸਾਡੇ ਸੇਵਕ ਦਾ ਪੁੱਤਰ ਹੈ ਤੇ ਸਾਡਾ ਵੀ ਇਸ ਪੁੱਤਰ ਹੀ ਹੈ। ਤਦੋਂ ਗੁਰੂ ਸਾਹਿਬ ਜੀ ਨੇ ਸ਼ਹਿਜ਼ਾਦੇ ਨੂੰ ਗੁਰਮਤਿ ਦਾ ਪ੍ਰਚਾਰ ਕਰਨ ਵਾਸਤੇ ਮੰਜੀ ਜਿਹੜੀ ਦੇ ਦਿੱਤੀ, ਭਾਵ ਕਿ ਇਹ ਖੁਰਮੇ ਸ਼ਹਿਰ ਵਿੱਚ ਗੁਰਮਤਿ ਦਾ ਪ੍ਰਚਾਰਕ ਬਣਾ ਦਿੱਤਾ ਕਿ ਇੱਥੇ ਰਹਿ ਕੇ ਸ਼ਹਿਜ਼ਾਦੇ ਤੂੰ ਗੁਰੂ ਸਾਡੀ ਸਿੱਖੀ ਦਾ ਜਿਹੜਾ ਪ੍ਰਚਾਰ ਕਰਨਾ, ਗੁਰਮਤਿ ਦਾ ਪ੍ਰਚਾਰ ਕਰਨਾ। ਐਵੇਂ ਪ੍ਰਚਾਰਕ ਥਾਪ ਦਿੱਤਾ, ਮੰਜੀ ਥਾਪ ਦਿੱਤੀ, ਗੁਰਮਤਿ ਦੇ ਪ੍ਰਚਾਰ ਦੀ ਗੱਦੀ ਬਖਸ਼ ਦਿੱਤੀ। ਆਪ ਚੱਲਣ ਕੀ ਮਨਸਾ ਕੀਨੀ। ਤੇ ਆਪ ਇੱਥੋਂ ਖੁਰਮੇ ਸ਼ਹਿਰ ਤੋਂ ਚੱਲਣ ਦੀ ਜਿਹੜੀ ਇੱਛਾ ਕੀਤੀ। ਸਹਜਾਦਾ ਨਿਜ ਸਦਨ ਸਿਧਾਰਾ। ਇੱਧਰੋਂ ਸਹਿਜਾਦਾ ਵੀ ਸਤਿਗੁਰ ਜੀ ਨੇ ਤੇ ਹੋਰ ਪਾਸੇ ਚੱਲਣ ਦੀ ਇੱਛਾ ਕੀਤੀ ਹੈ। ਤੇ ਜੋ ਭਾਈ ਮਰਦਾਨਾ ਜੀ ਦਾ ਸਪੁੱਤਰ ਸ਼ਹਿਜ਼ਾਦਾ, ਇਹ ਆਪਣੇ ਘਰ ਨੂੰ ਚੱਲ ਪਿਆ ਰਾਏ ਭੋਈ ਦੀ ਤਲਵੰਡੀ ਨੂੰ। ਲੈਨੇ ਹੇਤ ਸਰਬ ਪਰਿਵਾਰਾ। ਆਪਣੇ ਸਾਰੇ ਪਰਿਵਾਰ ਨੂੰ ਉੱਥੋਂ ਲੈਣ ਵਾਸਤੇ। ਤਬ ਕੋ
ਸਭ ਕੋ ਬਸਿਓ ਜਾਏ ਤਿਹ ਥਾਨਾ। ਭਾਈ ਬਾਲਾ ਜੀ ਕਹਿੰਦੇ ਗੁਰੂ ਅੰਗਦ ਦੇਵ ਸਾਹਿਬ ਜੀ, ਜਦੋਂ ਸਤਿਗੁਰੂ ਜੀ ਨੇ ਉੱਥੇ ਵਸਾ ਦਿੱਤਾ, ਤਦੋਂ ਤੋਂ ਹੀ ਜਾ ਕੇ ਆਗਿਆ ਮੰਨ ਕੇ ਸ਼ਹਿਜ਼ਾਦਾ ਉਹ ਖੁਰਮੇ ਸ਼ਹਿਰ ਵਿੱਚ ਹੀ ਜਾ ਕੇ ਵਸਿਆ ਸੀ। ਬਦੀ ਮਨਤਾ ਬੰਸ ਮਹਾਨਾ। ਜੋ ਗੁਰੂ ਸਾਹਿਬ ਜੀ ਨੇ ਕਿਹਾ ਵੀ ਤੁਹਾਡੀ ਅੰਸ ਬੰਸ ਬਹੁਤ ਵਧੇਗੀ, ਤੁਹਾਡਾ ਜਸ ਵਧੇਗਾ, ਪੂਜਨ ਵਧੇਗਾ, ਐਵੇਂ ਫਿਰ ਬੜੀ ਮੰਨਤਾ ਉਹਨਾਂ ਦੀ ਵਧੀ, ਬੜਾ ਉਹਨਾਂ ਦਾ ਅੰਸ ਬੰਸ ਵਧਿਆ ਅਤੇ ਵੱਧ ਰਿਹਾ ਹੈ। ਐਵੇਂ ਸਤਿਗੁਰੂ ਜੀ ਨੇ ਜਿਹੜੇ ਬਚਨ ਕੀਤੇ ਸਨ ਉਹ ਮਹਾਰਾਜ ਪੂਰੇ ਹੋ ਕੇ ਵਰਤੇ। ਐਵੇਂ ਸਾਧ ਸੰਗਤ ਜੀ ਜੋ ਸੱਜਣ ਠੱਗ ਸੀ ਉਹਨੂੰ ਸਿੱਧੇ ਰਾਹ ਮਹਾਰਾਜ ਜੀ ਨੇ ਪਾਇਆ। ਐਸੇ ਕਈ ਪਖੰਡੀਆਂ ਦੇ ਪਖੰਡ ਨਾਸ ਕੀਤੇ ਦਸਾਂ ਗੁਰੂ ਸਾਹਿਬਾਨਾਂ ਨੇ। ਅੱਜ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪਖੰਡੀਆਂ ਦੇ ਪਖੰਡ ਨਾਸ ਕਰਦੇ ਹੈ। ਚਿਤਵਤ ਰਹਿਓ ਠਗੌਰ ਨਾਨਕ ਫਾਸੀ ਗਲ ਭਰੀ। ਜੋ ਚਿੱਤ ਵਿੱਚ ਠੱਗੀਆਂ ਕਰਨੀਆਂ ਲੋਚਦਾ ਰਹਿੰਦਾ ਸੀ, ਸੱਜਣ ਠੱਗ ਬਣਿਆ ਸੀ। ਅਤੇ ਜੋ ਇਕੱਲਾ ਠੱਗ ਹੀ ਸੀ, ਸੱਜਣ ਤੇ ਕਿਸੇ ਦਾ ਹੈ ਨਹੀਂ ਸੀ। ਗੁਰੂ ਸਾਹਿਬ ਜੀ ਨੇ ਉਹਨੂੰ ਠੱਗੀ ਦੀ ਪਦਵੀ ਉਹਦੀ ਲਾ ਕੇ ਤੇ ਸੱਜਣ ਬਣਾ ਦਿੱਤਾ ਅਤੇ ਐਸੀ ਬਖਸ਼ਿਸ਼ ਕੀਤੀ ਵੀ ਇਹ ਗੁਰਮੁਖਤਾਈ ਵਾਲਾ ਹੋ ਗਿਆ, ਗੁਰਮਤਿ ਦਾ ਧਾਰਨੀ ਹੋ ਗਿਆ ਅਤੇ ਪਰਮੇਸ਼ਰ ਦਾ ਨਾਮ ਜਪਣਾ ਸ਼ੁਰੂ ਕਰ ਦਿੱਤਾ। ਇਵੇਂ ਸਾਧ ਸੰਗਤ ਜੀ ਇਹ ਜਿਹੜਾ ਪ੍ਰਸੰਗ ਹੈ ਭਾਈ ਬਾਲੇ ਵਾਲੀ ਜਨਮ ਸਾਖੀ ਵਿੱਚ ਡਾਕਟਰ ਵੀਰ ਸਿੰਘ ਜੀ ਵੱਲੋਂ ਵੀ ਸ੍ਰੀ ਗੁਰੂ ਨਾਨਕ ਚਮਤਕਾਰ ਅਤੇ ਇਸੇ ਤਰ੍ਹਾਂ ਤਵਾਰਿਖ ਗੁਰੂ ਖਾਲਸਾ ਵਿੱਚ ਭਾਈ ਮਰਦਾਨਾ ਜੀ ਦੇ ਨਾਲ ਇਹ ਪ੍ਰਸੰਗ ਹੋਇਆ, ਦੱਸਿਆ ਵੀ ਉਹਨਾਂ ਨੂੰ ਭਾਈ ਮਰਦਾਨਾ ਜੀ ਨੂੰ ਫੜਿਆ ਸੀ ਸੱਜਣ ਠੱਗ ਨੇ। ਪਰ ਜੋ ਇੱਧਰ ਸੰਪਰਦਾ ਦੇ ਵਿੱਚ ਜੋ ਦੱਸਿਆ ਜਾਂਦਾ ਉਹ ਸੰਪਰਦਾ ਦੇ ਵਿੱਚ ਸ੍ਰੀ ਗੁਰੂ ਪ੍ਰਤਾਪ ਸੂਝ ਗ੍ਰੰਥ ਵਿੱਚ ਜੋ ਇੱਥੇ ਕਥਾ ਪ੍ਰਸੰਗ ਆਇਆ ਇਸ ਨੂੰ ਹੀ ਮੁੱਖ ਮੰਨਿਆ ਹੈ ਵੀ ਸ਼ਹਿਜ਼ਾਦੇ ਨਾਲ ਹੀ ਇਹ ਸਾਰਾ ਜਿਹੜਾ ਪ੍ਰਸੰਗ ਹੋਇਆ ਸੀ। ਸੱਜਣ ਠੱਗ ਨੇ ਸ਼ਹਿਜ਼ਾਦੇ ਨੂੰ ਹੀ ਫੜਿਆ ਹੋਇਆ ਸੀ ਅਤੇ ਗੁਰੂ ਸਾਹਿਬ ਨੇ ਸ਼ਬਦ ਉਚਾਰਨ ਕੀਤੇ ਸਨ। ਇਵੇਂ ਉਹ ਜੋ ਆਪਣਾ ਪੁਰਾਤਨ ਟੀਕਾ ਫਰੀਦਕੋਟ ਵਾਲਾ ਟੀਕਾ ਜਦੋਂ ਉੱਜਲ ਕਹਿਹਾਂ ਚਿਲਕਣਾ ਉਹਦੀ ਜਿਹੜੀ ਉਥਾਨਕਾ ਲਿਖੀ ਉਹ ਭਾਈ ਮਰਦਾਨਾ ਜੀ ਦੇ ਸਪੁੱਤਰ ਦੀ ਹੀ ਲਿਖੀ ਹੋਈ ਹੈ। ਅਮੀਰ ਭੰਡਾਰ ਦਾ ਜਿਹੜਾ ਟੀਕਾ ਸੀਨਾ ਮਸੀਨਾ ਮਹਾਂਪੁਰਸ਼ਾਂ ਤੋਂ ਚੱਲਦਾ ਆ ਰਿਹਾ ਸੰਪਰਦਾ ਦਾ, ਭਾਈ ਮਣੀ ਸਿੰਘ ਸੰਪਰਦਾ, ਉਹਦੇ ਵਿੱਚ ਵੀ ਸ੍ਰੀ ਗੁਰ ਪ੍ਰਤਾਪ ਸੂਝ ਗ੍ਰੰਥ ਵਾਲੀ ਹੀ ਉਥਾਨਕਾ ਲਿਖੀ ਹੈ। ਇਸੇ ਪ੍ਰਕਾਰ ਜੋ ਸੰਤ ਹਰੀ ਸਿੰਘ ਰੰਧਾਵਾ ਵਾਲਿਆਂ ਟੀਕਾ ਗੁਰਬਾਣੀ ਅਰਥ ਭੰਡਾਰ ਦਾ ਲਿਖਿਆ ਉਹਦੇ ਵਿੱਚ ਵੀ ਇਹ ਉਥਾਨਕਾ ਲਿਖੀ ਹੈ। ਮਹਾਂਪੁਰਸ਼ ਸੰਤ ਗਿਆਨੀ ਗੁਰਬਚਨ ਸਿੰਘ ਖਾਲਸਾ ਜੀ ਨੇ ਵੀ ਇਹੀ ਉਥਾਨਕਾ ਦੱਸੀ ਹੋਈ ਹੈ। ਇਵੇਂ ਉਹ ਪ੍ਰਸੰਗ ਜਿਹੜਾ ਹੈ ਦੱਸਿਆ ਵੀ ਸ਼ਹਿਜ਼ਾਦੇ ਨਾਲ ਹੋਇਆ ਸੀ, ਵਾਪਰਿਆ ਸੀ। ਜਿਹੜੇ ਇਤਿਹਾਸ ਭਾਈ ਮਣੀ ਸਿੰਘ ਜੀ ਦੀ ਪੁਰਾਤਨ ਜਨਮ ਸਾਖੀ ਉਹਦੇ ਵਿੱਚ ਵੀ ਭਾਈ ਮਰਦਾਨੇ ਨਾਲ ਹੀ ਉਂਝ ਦੱਸਿਆ ਹੈ। 4-5 ਥਾਵਾਂ 'ਤੇ ਭਾਈ ਮਰਦਾਨੇ ਨਾਲ ਦੱਸਿਆ। ਸੰਪਰਦਾ ਨੇ ਜੋ ਸੂਰਜ ਪ੍ਰਕਾਸ਼ ਹੈ ਇਹ ਮੰਨਿਆ ਹੈ। ਇਸੇ ਤਰ੍ਹਾਂ ਹੀ ਸਾਧ ਸੰਗਤ ਜੀ ਜਿਹੜਾ ਇਹ ਸ਼ਬਦ ਉੱਜਲ ਕਹਿਹਾਂ ਚਿਲਕਣਾ ਘੋਟਮ ਘਾਲੜੀ ਮਸ, ਇਸੇ 729 ਅੰਗ 'ਤੇ ਅਗਲਾ ਸ਼ਬਦ ਆਉਂਦਾ ਸੂਹੀ ਰਾਗ ਵਿੱਚ ਹੀ। ਸੂਹੀ ਮਹੱਲਾ ਪਹਿਲਾ। ਜਪ ਤਪ ਕਾ ਬੰਦ ਬੇੜਲਾ, ਜਿਤ ਲੰਘ ਹੈ ਵਹੇਲਾ, ਨਾ ਸਰਵਰ ਨਾ ਉਛਲੈ ਐਸਾ ਪੰਥ ਸੁਹੇਲਾ। ਇਹ ਜਿਹੜਾ ਅਗਲਾ ਸ਼ਬਦ ਹੈ ਅਮੀਰ ਭੰਡਾਰ ਦੇ ਵਿੱਚ ਵੀ ਅਤੇ ਜੋ ਪੁਰਾਤਨ ਸੰਪਰਦਾਇ ਟੀਕਾ ਫਰੀਦਕੋਟ ਸਾਹਿਬ ਵਾਲਾ ਟੀਕਾ ਉਹਦੇ ਵਿੱਚ ਵੀ ਇਹ ਦੱਸਿਆ ਵੀ ਦੂਸਰਾ ਸ਼ਬਦ ਵੀ ਮਹਾਰਾਜ ਜੀ ਨੇ ਸੱਜਣ ਠੱਗ ਨੂੰ ਉਪਦੇਸ਼ ਕੀਤਾ ਸੀ ਵੀ ਇਹ ਸੱਜਣ ਜਿਹੜਾ ਤੂੰ ਇੰਝ ਕਰ, ਜਿਹੜਾ ਜਪ ਤਪ ਦਾ ਬੇੜਾ ਹੈ ਨਾ ਉਹ ਬੰਨ੍ਹ ਲਾ, ਜਿਸ ਕਰਕੇ ਤੂੰ ਸੰਸਾਰ ਸਮੁੰਦਰ ਤੋਂ ਇਹ ਜਿਹੜਾ ਬੜਾ ਵਹੇਲਾ ਕਈ ਕਠਿਨ ਸੌਖਾ ਲੰਘ ਜਾਏਗਾ। ਨਾ ਸਰਵਰ ਨਾ ਉਛਲੈ, ਉਹ ਜਿਹੜਾ ਜ਼ਹਿਰ ਦਾ 10,000 ਜੋਜਨ ਅਗਨੀ ਦਾ ਕੁੰਡ ਆਵੇਗਾ ਨਾ ਅੱਗ ਦਾ, ਅਤੇ 10,000 ਜੋਜਨ ਉਹ ਜ਼ਹਿਰ ਦਾ ਆਏਗਾ, ਉਹ ਨਹੀਂ ਆਏਗਾ। ਨਾ ਉਛਲੈ, ਜਿਹੜੀ ਵੈਦ ਤਰਨੀ ਨਦੀ ਖੂਨ ਪਾਕ ਦੀ ਬੜੀ ਉਛਲਦੀ ਉਹ ਨਹੀਂ ਉਛਲੇਗੀ। ਐਸਾ ਪੰਥ ਸੁਹੇਲਾ, ਐਸੇ ਤੂੰ ਕਹਿੰਦੇ ਸੌਖਾਲਾ ਹੀ ਜਿਹੜਾ ਪਾਰ ਲੰਘ ਜਾਏਗਾ। ਜਮਾਂ ਦੇ ਭਾਵ ਮਾਰਗ ਦੀ ਦ੍ਰਿਸ਼ਟੀ ਨਹੀਂ ਤੇਰੇ ਪਏਗੀ, ਉੱਥੋਂ ਤੂੰ ਲੰਘ ਜਾਏਗਾ। ਇਹ ਸ਼ਬਦ ਮਾਂ ਨੇ ਉਚਾਰਨ ਕੀਤਾ ਸੀ ਵੀ ਤੇਰਾ ਏਕੋ ਨਾਮ ਮਜੀਠੜਾ, ਰੱਤਾ ਮੇਰਾ ਚੋਲਾ, ਸਦ ਰੰਗ ਢੋਲਾ। ਇਹ ਸੂਹੀ ਰਾਗ ਦਾ ਜਿਹੜਾ ਅਗਲਾ ਸ਼ਬਦ ਇੱਕ ਦੇ ਅਮੀਰ ਭੰਡਾਰ ਦੇ ਵਿੱਚ ਜੋ
ਸੰਤ ਅਮੀਰ ਸਿੰਘ ਹੋਣਾ ਮਹਾਂਪੁਰਸ਼ਾਂ ਨੇ ਜਿਹਦੇ ਅਰਥ ਕੀਤੇ ਸੀ, ਉਹਦੀ ਥਾਨਕਾ ਵੀ ਲਿਖੀ ਹੋਈ ਵੀ ਸੀਨਾ ਵਸੀਨਾ ਜੋ ਦਸੋਂ ਪਿਤਾ ਮਹਾਰਾਜ ਜੀ ਨੇ ਸ੍ਰੀ ਦਮਦਮਾ ਸਾਹਿਬ ਅਰਥ ਪੜ੍ਹਾਏ ਹੈ, ਉਹੀ ਅਰਥ ਚੱਲਦੇ ਆ ਰਹੇ ਹੈ। ਸੀਨਾ ਵਸੀਨਾ ਹੂ ਬਹੂ ਉਹਦੇ ਵਿੱਚ ਲਿਖਿਆ ਵੀ ਇਹ ਸੱਜਣ ਠੱਗ ਨੂੰ ਅਗਲੇ ਸ਼ਬਦ ਦਾ ਉਪਦੇਸ਼ ਕੀਤਾ ਸੀ। ਇਸੇ ਤਰ੍ਹਾਂ ਜਿਹੜਾ ਫਰੀਦਕੋਟ ਵਾਲਾ ਟੀਕਾ ਹੈ ਪੁਰਾਤਨ, ਉਹਦੇ ਵਿੱਚ ਵੀ ਇਹੀ ਦੱਸਿਆ ਵੀ ਜਿਹੜਾ ਸ਼ਬਦ ਹੈ ਜਪ ਤਪ ਕਾ ਬੰਦ ਬੇੜ ਲਾ ਜਿਤ ਲੰਘੈ ਵਹੇਲਾ, ਵੀ ਇਹ ਉਪਦੇਸ਼ ਗੁਰੂ ਜੀ ਨੇ ਸੱਜਣ ਠੱਗ ਨੇ ਕੀਤਾ ਸੀ। ਇਵੇਂ ਸਾਧ ਸੰਗਤ ਜੀ ਉਹ ਦੱਸਿਆ ਹੋਇਆ ਹੈ। ਅਤੇ ਉਹਦੇ ਨਾਲ ਹੀ ਇਹ ਜਿਹੜਾ ਹੈ ਸ਼ਬਦ ਵੀ ਸਮਝ ਲੈਣਾ। ਅਗਲੇ ਸ਼ਬਦ ਵੀ ਹੋਰ ਇਸੇ ਸਰੀਰ ਰੂਪੀ ਭਾਂਡੇ ਦੀ ਵਿਚਾਰ ਕੀਤੀ, ਪਰ ਇਹ 2 ਸ਼ਬਦਾਂ ਦੀ ਵਿਚਾਰ ਹੈ ਉਹ ਟੀਕਿਆਂ ਵਿੱਚ ਦੱਸੀ ਗਈ ਹੈ ਵੀ ਸੱਜਣ ਠੱਗ ਦੇ ਵਿੱਚ ਸੰਬੰਧ ਵਿੱਚ ਸਨ। ਇਵੇਂ ਆਪਾਂ ਜਿਵੇਂ ਜਿੰਨੀ ਕੁ ਸਮਝ ਪਈ ਹੈ ਰਲ ਮਿਲ ਕੇ ਕਥਾ ਵਿਚਾਰ ਬੜੀ ਸੋਹਣੀ ਵਿਚਾਰ ਕੀਤੀ ਹੈ। ਇੱਥੇ ਹੁਣ ਇਸ ਪ੍ਰਸੰਗ ਦੀ ਸਮਾਪਤੀ ਹੋ ਗਈ ਹੈ ਜੀ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮਰਦਾਨਾ ਮਰਨ ਸਹਜਾਦੇ ਕੋ ਪ੍ਰਸੰਗ ਵਰਣਨ ਨਾਮ 35ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦੇ ਅਖੀਰਲੇ ਹਿੱਸੇ ਵਿੱਚ ਭਾਈ ਮਰਦਾਨਾ ਜੀ ਦੇ ਸਰੀਰ ਛੱਡਣ ਦਾ ਪ੍ਰਸੰਗ ਆਇਆ ਹੈ। ਉਹਨਾਂ ਦੇ ਸ਼ਹਿਜ਼ਾਦੇ ਨੂੰ ਖੁਰਮੇ ਸ਼ਹਿਰ ਵਿੱਚ ਲੈ ਕੇ ਜਾਣ ਦਾ ਪ੍ਰਸੰਗ ਆਇਆ ਹੈ। ਇਸ ਤਰ੍ਹਾਂ 35 ਅਧਿਆਏ ਜਿਹੜੇ ਸਮਾਪਤ ਹੋ ਗਏ ਹਨ। ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਗੁਰੂ ਕੀ ਸੰਗਤ ਬਖਸ਼ਣਹਾਰ ਹੈ। ਬਖਸ਼ ਲੈਣਾ ਜੀ। ਭੁੱਲਾਂ ਚੁੱਕਾਂ ਦੀ ਖਿਮਾ ਵਿਚਾਰਾਂ ਦੀ ਸਮਾਪਤੀ। ਸਹਜਾਦਾ ਨਿਜ ਸਦਨ ਸਿਧਾਰਾ ਲੈਨੇ ਹੇਤ ਸਰਬ ਪਰਵਾਰਾ ਤਬ ਕੋ ਬਸਿਓ ਜਾਏ ਤਿਹ ਥਾਨਾ ਬਦੀ ਮਨਤਾ ਬੰਸ ਮਹਾਨਾ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਉਤਰਾਰਧੇ ਮਰਦਾਨਾ ਮਰਨ ਸਹਜਾਦੇ ਕੋ ਪ੍ਰਸੰਗ ਵਰਣਨ ਨਾਮ 35ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।